आपे आप उपायन आप कीमत पाई। तिस दा अंत ना जापई। गुर शब्द बुझाई। माया मोह गुबार है दूजै परमाई। मन मुख ठौर ना पाएनी फिर आवे जाई। जो तिस भावै सो थियै सब चलै रज़ाई। जो तिस भावै सो थियै सब चलै रज़ाई। सब चलै रज़ाई। सतगुरु श्री गुरु ग्रंथ साहब महाराज जी की प्रभात वेले सजी साध संगत दे अंदर गुरु बख्शे उदम दा सदका जुड़ बैठे सतसंगी जनों, आप जी जिस बचन का पाठ सुन रहे सो, ये बचन गुरु ग्रंथ साहब महाराज जी दे पावन अंग 786 ते सुभाएमान है। राग सूही दे विच राग सूही की वार दी ये तीसरी पौड़ी है। आओ इस तीजी पौड़ी दी विचार वख्यान आरंभ करते हाँ। वख्यान की आरंभता तो पहला एक बार गुरु बख्शी फतेह प्रवान करनी प्यार सहित कहना जी वाहिगुरु जी का खालसा वाहिगुरु जी की फतेह। सतगुरु गुरु ग्रंथ साहब महाराज जी की पवित्र बाणी दे अंदर सतगुरु सच्चे पातशाह हजूर ने इस पौड़ी दे विच गुरमत दे एक खास नुकते नूं साडे सामने रखिया है। गुरुदेव गुरु अमरदास महाराज आखदे हन, आपे आप उपायन। उपायन तो भाव हुंदा पैदा कीती हुई। ये सारी कुदरत सृष्टि संसार परमेश्वर ने आप पैदा कीती है। किवें पैदा कीती है इहदे बारे बाणी दे विच कुछ कु गल्लां सतगुरु ने लिखियां हन। एक थां ते जिक्र आउंदा है कि सब तो पहला वाहिगुरु सच्चे परमेश्वर ने अपनी होंद तो साचे ते पवना पया। पवना कहंदे ने हवा नूं। अपनी होंद तो सब तो पहला उसने हवा नूं पैदा कीता है। हवा तो पानी बनिया। फिर अगां ये तत्त पंजां च पूरे हो जाते हैं।
ਤੇ ਉਹਨਾਂ ਪੰਜਾਂ ਤੱਤਾਂ ਦੇ ਵਿੱਚ ਆਪਣੀ ਜੋਤ ਟਿਕਾ ਕੇ ਕੁਦਰਤ ਦੀ ਹਰ ਇੱਕ ਚੀਜ਼ ਨੂੰ ਪਰਮੇਸ਼ਰ ਨੇ ਬਣਾਇਆ ਹੈ। ਗੁਰਦੇਵ ਇਹੋ ਆਖਦੇ ਹਨ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰੀ ਭਵਨ ਸਾਜਿਆ। ਤ੍ਰੀ ਭਵਨ ਦਾ ਭਾਵ ਹੈ ਕੁੱਲ ਜਹਾਨ, ਕੁੱਲ ਕੁਦਰਤ। ਵੈਸੇ ਤ੍ਰੀ ਭਵਨ ਦਾ ਅਖਰੀ ਅਰਥ ਹੈ, ਤ੍ਰੀ ਕਹਿੰਦੇ ਨੇ ਤਿੰਨ ਨੂੰ, ਭਵਨ ਕਹਿੰਦੇ ਨੇ ਲੋਕ ਨੂੰ, ਤਿੰਨਾਂ ਲੋਕਾਂ ਨੂੰ। ਗੁਰਦੇਵ ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰੀ ਭਵਨ ਸਾਜਿਆ। ਭਾਵ ਪਾਣੀ, ਹਵਾ, ਮਿੱਟੀ, ਅੱਗ ਤੇ ਉਸ ਦੀ ਜੋਤ ਨੇ ਮਿਲ ਕੇ ਇਸ ਪੂਰੀ ਕੁਦਰਤ ਨੂੰ ਸਾਜਿਆ, ਬਣਾਇਆ। ਭਾਵ ਬਾਣੀ ਦੇ ਵਿੱਚ ਕੁਦਰਤ ਦੇ ਬਣਨ ਦੇ ਵਿਧਾਨ ਨੂੰ ਸਤਿਗੁਰੂ ਜੀ ਨੇ ਕੁਝ ਇਸ ਤਰ੍ਹਾਂ ਲਿਖਿਆ, ਕੁਝ ਇਸ ਢੰਗ ਨਾਲ ਲਿਖਿਆ। ਗੁਰਦੇਵ ਇਹਨੂੰ ਇਉਂ ਵੀ ਲਿਖਦੇ ਹਨ, ਹੁਕਮੀ ਹੋਵਣ ਆਕਾਰ, ਕਿ ਜਿੰਨੇ ਵੀ ਆਕਾਰ ਨੇ, ਭਾਵ ਇਹ ਕੁਦਰਤ ਦਾ ਜੋ ਵੀ ਆਕਾਰ ਬਣੇ ਉਹਦੇ ਹੁਕਮ 'ਚ ਬਣੇ। ਹੁਕਮ 'ਚ ਕਿੱਦਾਂ ਬਣੇ ਕਿ ਉਹਦੇ ਹੁਕਮ ਤੋਂ ਪਹਿਲਾਂ ਹਵਾ ਪੈਦਾ ਹੋਈ ਹੈ, ਹਵਾ ਤੋਂ ਪਾਣੀ ਬਣੇ, ਪੰਜ ਤੱਤ ਬਣੇ ਨੇ, ਉਹਦੀ ਜੋਤ ਟਿਕੀ ਹੈ ਤੇ ਇਸ ਕੁਦਰਤ ਦਾ ਜਰਾ ਜਰਾ ਬਣਿਆ। ਗੱਲ ਇੱਕ ਹੀ ਹੈ, ਸਤਿਗੁਰੂ ਜੀ ਨੇ ਉਸ ਨੂੰ ਅਲੱਗ-ਅਲੱਗ ਨੁਕਤਿਆਂ ਤੋਂ ਆਪਣੀ ਪਵਿੱਤਰ ਬਾਣੀ ਦੇ ਵਿੱਚ ਲਿਖਿਆ। ਇਸ ਗੱਲ ਨੂੰ ਇਉਂ ਵੀ ਲਿਖਿਆ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਕਿ ਇਹ ਸਾਰੀ ਕੁਦਰਤ ਜਿਹੜੀ ਹੈ ਇਹ ਨਾਮ ਦੇ ਵਿੱਚੋਂ ਪੈਦਾ ਹੋਈ ਹੈ। ਜਿੰਨੇ ਵੀ ਖੰਡ ਨੇ, ਬ੍ਰਹਿਮੰਡ ਨੇ, ਜੀ ਜੰਤ ਨੇ, ਇਹ ਸਭ ਨਾਮ ਦੇ ਵਿੱਚੋਂ ਪੈਦਾ ਹੋਏ ਨੇ। ਤੋ ਅਸੀਂ ਅੱਗੇ ਕਈ ਵਾਰ ਸਮਝਿਆ ਸੀਗਾ ਕਿ ਨਾਮ ਅਤੇ ਹੁਕਮ 'ਚ ਫਰਕ ਨਹੀਂ ਹੈ, ਕੇਵਲ ਲਫ਼ਜ਼ੀ ਫਰਕ ਹੈ। ਵੈਸੇ ਗੁਰੂ ਜੀ ਦੇ ਮੁਤਲਕ ਨਾਮ ਤੇ ਹੁਕਮ ਇੱਕ ਹੀ ਚੀਜ਼ ਹੈ। ਅਸੀਂ ਸਮਝਿਆ ਸੀਗਾ ਇੱਕੋ ਨਾਮ ਹੁਕਮ ਹੈ, ਭਾਵ ਹੁਕਮ ਕੋਈ ਅਲੱਗਾ ਚੀਜ਼ ਨਹੀਂ, ਨਾਮ ਕੋਈ ਅਲੱਗਾ ਚੀਜ਼ ਨਹੀਂ। ਨਾਮ ਤੇ ਹੁਕਮ ਇੱਕ ਹੀ ਚੀਜ਼ ਦੇ ਦੋ ਨਾਂ ਨੇ। ਜਿਵੇਂ ਅਸੀਂ ਪਾਣੀ ਕਹਿ ਲਈਏ, ਜਲ ਕਹਿ ਲਈਏ, ਪਦਾਰਥ ਤੇ ਇੱਕ ਹੀ ਹੈ, ਵਸਤੂ ਤੇ ਇੱਕ ਹੀ ਹੈ। ਉਹ ਤੁਹਾਡੀ ਇੱਛਾ ਹੈ, ਤੁਸੀਂ ਉਹਨੂੰ ਪਾਣੀ ਕਹਿ ਲਓ, ਜਲ ਕਹਿ ਲਓ। ਇਵੇਂ ਗੁਰਦੇਵ ਵਾਹਦ ਸਤਿਗੁਰੂ ਪਰਮੇਸ਼ਰ ਦੀ ਅਥਾਹ ਤਾਕਤ ਨੂੰ ਕਿਤੇ ਉਹ ਹੁਕਮ ਕਹਿ ਦਿੰਦੇ ਨੇ, ਕਿਤੇ ਨਾਮ ਕਹਿ ਦਿੰਦੇ ਨੇ। ਸੋ ਜਿਹੜਾ ਇੱਥੇ ਜ਼ਿਕਰ ਆਇਆ, ਗੁਰਦੇਵ ਕਹਿੰਦੇ ਆਪੇ ਆਪ ਉਪਾਇਨ, ਉਹਨੇ ਇਸ ਸਾਰੀ ਕੁਦਰਤ ਨੂੰ ਆਪ ਪੈਦਾ ਕੀਤਾ ਹੈ, ਆਪਣੇ ਹੁਕਮ ਚੋਂ ਪੈਦਾ ਕੀਤਾ ਹੈ ਤੇ ਇੱਕ ਖਾਸ ਵਿਧੀ ਵਿਧਾਨ ਦੇ ਅਧੀਨ ਪੈਦਾ ਕੀਤਾ ਹੈ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ। ਉਸ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਜ਼ਿਕਰ ਕਰਦੇ ਨੇ, ਕਹਿੰਦੇ ਨੇ ਇਹ ਕੁੱਲ ਕੁਦਰਤ ਪਰਮੇਸ਼ਰ ਦੇ ਹੁਕਮ ਵਿੱਚੋਂ ਪੈਦਾ ਹੋਏ ਪੰਜ ਤੱਤਾਂ ਤੋਂ ਬਣੀ ਹੈ। ਇਹਨਾਂ ਪੰਜਾਂ ਤੱਤਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਉਹਨਾਂ ਨੇ ਇੱਕ ਪੰਕਤੀ ਲਿਖੀ ਹੈ, ਕਹਿਣ ਲੱਗੇ ਪੰਜ ਤੱਤ ਕਰ, ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ। ਹੇ ਵਾਹਿਗੁਰੂ, ਹੇ ਪਰਮੇਸ਼ਰ, ਤੂੰ ਸਾਰੀ ਕੁਦਰਤ ਨੂੰ ਆਪਣੇ ਹੁਕਮ ਵਿੱਚੋਂ ਪੰਜਾਂ ਤੱਤਾਂ ਦੇ ਦੁਆਰਾ ਬਣਾਇਆ ਹੈ। ਤੇ ਕੱਲ ਨੂੰ ਕੋਈ ਖੜਾ ਹੋ ਕੇ ਆਖੇ, ਚੈਲੰਜ ਕਰੇ ਕਿ ਨਹੀਂ, ਇਸ ਤਰ੍ਹਾਂ ਨਹੀਂ, ਇਹ ਗੱਲ ਇਸ ਤਰ੍ਹਾਂ ਹੋ ਸਕਦੀ ਹੈ, ਤਾਂ ਗੁਰਦੇਵ ਨੇ ਉੱਥੇ ਗੱਲ ਕਹੀ, ਕਹਿਣ ਲੱਗੇ ਪੰਜ ਤੱਤ ਕਰ ਤੁਧ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ। ਜੇ ਹਿੰਮਤ ਹੈ ਉਹਦੇ ਬਰਾਬਰ ਖੜਨ ਦੀ, ਬਣਾਉਣ ਦੀ ਗੱਲ ਤੇ ਵੱਖਰੀ ਹੈ। ਜਿਨ੍ਹਾਂ ਚੀਜ਼ਾਂ ਤੋਂ ਕੁਦਰਤ ਬਣੀ ਹੈ, ਜਿਨ੍ਹਾਂ ਪੰਜਾਂ ਤੱਤਾਂ ਤੋਂ ਇਹ ਜਹਾਨ ਬਣਿਆ ਉਹਦੇ ਹੁਕਮ ਵਿੱਚ, ਉਹਨਾਂ ਦੇ ਬਰਾਬਰ ਦਾ ਇੱਕ ਤੱਤ ਹੀ ਬਣਾ ਕੇ ਵਿਖਾ ਦਿਓ, ਅਸੀਂ ਤੁਹਾਨੂੰ ਮੰਨ ਜਾਵਾਂਗੇ। ਇਹ ਇਸ਼ਾਰਾ ਕਿੱਧਰ ਹੈ? ਇਹ ਇਸ਼ਾਰਾ ਸਨਾਤਨ ਮਤ ਦੀਆਂ ਉਹਨਾਂ ਕਹਾਣੀਆਂ ਵੱਲ ਹੈ ਜਿਨ੍ਹਾਂ ਨੂੰ ਅਸੀਂ ਪੁਰਾਣਾਂ ਵਿੱਚੋਂ
ਜਿਨ੍ਹਾਂ ਨੂੰ ਅਸੀਂ ਸ਼ਾਸਤਰਾਂ ਵਿੱਚੋਂ, ਵੇਦਾਂ ਵਿੱਚੋਂ ਪੜ੍ਹਦੇ ਹਾਂ, ਜਿੱਥੇ ਕਿਤੇ ਕੁਦਰਤ ਕੰਨ ਦੀ ਮੈਲ ਤੋਂ ਪੈਦਾ ਕਰ ਦਿੱਤੀ ਜਾਂਦੀ ਹੈ, ਕਿਤੇ ਉਹ ਕਿਸੇ ਦੇ ਮਲ ਤੋਂ ਪੈਦਾ ਕਰ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਸਨਾਤਨ ਮਤ ਦੀਆਂ ਕਹਾਣੀਆਂ ਪੜ੍ਹੋਗੇ ਤਾਂ ਉਹਨਾਂ ਕਹਾਣੀਆਂ 'ਚ ਜ਼ਿਕਰ ਹੈ ਜਿਨ੍ਹਾਂ ਦਾ ਨਾਟਕੀ ਰੂਪਾਂਤਰਨ ਅਸੀਂ ਆਪਣੇ ਟੀਵੀ 'ਚ ਦੇਖਦੇ ਹਾਂ, ਅਗਲਿਆਂ ਨੇ ਕੀਤਾ ਹੈ ਤੇ ਉੱਥੇ ਦਿਖਾਇਆ ਹੈ ਕਿ ਕੋਈ ਇੱਕ ਜਾਨਵਰ ਜਿਹੜਾ ਹੈ ਉਹ ਧਰਤੀ ਨੂੰ ਚੁੱਕੀ ਫਿਰਦਾ ਹੈ, ਕਿਤੇ ਕੋਈ ਆਪਣੇ ਕੰਨ 'ਚ ਪਾਈ ਫਿਰਦਾ ਹੈ, ਕੋਈ ਮੂੰਹ 'ਚ ਪਾ ਲੈਂਦਾ ਹੈ। ਇਸ ਤਰ੍ਹਾਂ ਦਾ ਇੱਕ ਨਾਟਕੀ ਰੂਪਾਂਤਰਨ ਅਸੀਂ ਸਨਾਤਨ ਮਤ ਦੀਆਂ ਕਹਾਣੀਆਂ 'ਚੋਂ ਪੜ੍ਹਦੇ ਹਾਂ। ਉਹਨਾਂ ਕੁੱਲ ਕਹਾਣੀਆਂ ਨੂੰ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਨੇ ਇਹ ਗੱਲ ਕਹੀ, ਕਹਿਣ ਲੱਗੇ ਉਹ ਕੰਨਾਂ 'ਚੋਂ ਮੈਲ ਦੁਆਰਾ ਕੁਦਰਤ ਨੂੰ ਪੈਦਾ ਕਰਨ ਵਾਲਿਓ, ਕਿਸੇ ਦੇ ਸਰੀਰ ਤੋਂ ਲੱਥੀ ਹੋਈ ਮੈਲ ਦੁਆਰਾ ਪੈਦਾ ਕਰਨ ਵਾਲਿਓ, ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ। ਤੁਸੀਂ ਛੱਡੋ ਪੈਦਾ ਕਰਨ ਦੀ ਗੱਲ, ਤੁਸੀਂ ਉਹਦੇ ਬਰਾਬਰ 5 ਤੱਤਾਂ ਦੇ ਬਰਾਬਰ ਇੱਕ ਤਾਤੀ ਕੋਈ ਬਣਾ ਕੇ ਵਿਖਾ ਦਿਓ। ਮਿੱਟੀ ਵਰਗਾ ਕੋਈ ਦੂਜਾ ਤਾਤੀ ਬਣਾ ਦਿਓ, ਪਾਣੀ ਵਰਗਾ ਕੋਈ ਦੂਜਾ ਤਾਤੀ ਬਣਾ ਦਿਓ, ਅੱਗ ਵਰਗਾ ਕੋਈ ਦੂਜਾ ਤਾਤੀ ਬਣਾ ਦਿਓ। ਨਹੀਂ, ਤੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪੰਜ ਤਤ ਕਰ ਤੁਧ ਸਭ ਸ੍ਰਿਸ਼ਟ ਸਾਜੀ। 5 ਤੱਤਾਂ ਤੋਂ ਇਹ ਕੁੱਲ ਜਹਾਨ ਬਣਿਆ। ਤੇ ਜੇ ਕੋਈ ਕਹਿੰਦਾ ਕਿ ਨਹੀਂ, ਆਪਣੀਆਂ ਕੱਚ ਘਰੜ ਮਾਨਵਤਾਂ ਦੇ ਨਾਲ ਇਸ ਗੁਰੂ ਜੀ ਦੇ ਲਿਖੇ ਪਰਮੇਸ਼ਰ ਦੇ ਅਸੂਲਾਂ ਨੂੰ ਚੈਲੰਜ ਕਰਦਾ ਹੈ, ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਈ। ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਇਹਨਾਂ ਤੱਤਾਂ ਦੇ ਬਰਾਬਰ ਇੱਕ ਤੱਤ ਹੀ ਪੈਦਾ ਕਰੋ। ਸੋ ਬਾਣੀ ਵਿੱਚ ਹੋਰ ਵੀ ਕੁਝ ਗੱਲਾਂ ਸਤਿਗੁਰ ਨੇ ਇਸ ਪ੍ਰਥਾਏ, ਕੁਦਰਤ ਦੇ ਰਚਨ ਪ੍ਰਥਾਏ ਉਹਨਾਂ ਨੇ ਲਿਖੀਆਂ ਹਨ। ਇੱਥੇ ਮੈਂ ਇੱਕ ਵਾਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਮਾਰੂ ਰਾਗ ਦੇ ਵਿੱਚ ਹੈ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਦੋਂ ਕੁਦਰਤ ਦਾ ਪਹਿਲਾ ਤੱਤ ਵੀ ਨਹੀਂ ਸੀ, ਭਾਵ ਜਿਹਨੂੰ ਗੁਰਦੇਵ ਨੇ ਆਪਣੀ ਬਾਣੀ ਦੇ ਵਿੱਚ ਹਵਾ ਆਖਿਆ, ਪੌਣ ਆਖਿਆ, ਇਹ ਪਹਿਲਾ ਤੱਤ ਹੈ। ਜਦੋਂ ਪਹਿਲਾ ਤੱਤ ਵੀ ਨਹੀਂ ਸੀਗਾ, ਉਸ ਵਕਤ ਕੀ ਸੀਗਾ? ਉਹਨਾਂ ਨੇ ਇੱਕ ਬਚਨ ਲਿਖਿਆ, ਕਹਿਣ ਲੱਗੇ ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਬਚਨ ਨੂੰ ਧਿਆਨ ਨਾਲ ਸਮਝਣਾ। ਅਰਬਦ ਨਰਬਦ ਦਾ ਭਾਵ ਹੈ ਜਿਵੇਂ ਅਸੀਂ ਕਿਸੇ ਚੀਜ਼ ਦੀ ਗਿਣਤੀ ਕਰਦੇ ਹਾਂ, ਸੈਂਕੜਿਆਂ ਵਿੱਚ, ਹਜ਼ਾਰਾਂ ਵਿੱਚ, ਲੱਖਾਂ ਵਿੱਚ, ਕਰੋੜਾਂ ਵਿੱਚ, ਅਰਬਾਂ ਵਿੱਚ, ਖਰਬਾਂ ਵਿੱਚ, ਇਹਨਾਂ ਤੋਂ ਉੱਪਰ ਗਿਣਤੀ ਦਾ ਇੱਕ ਅੰਕੜਾ ਜਿਹਨੂੰ ਗੁਰਦੇਵ ਨੇ ਅਰਬਦ ਨਰਬਦ ਆਖਿਆ। ਗੁਰਦੇਵ ਕਹਿੰਦੇ ਅੱਜ ਤੋਂ ਅਰਬਦਾਂ ਨਰਬਦਾਂ ਸਾਲਾਂ ਪਹਿਲਾਂ, ਭਾਵ ਇਹਨਾਂ ਸਮਾਂ ਪਿੱਛੇ, ਅਰਬਦ ਨਰਬਦ ਧੁੰਦੂ ਘਾਰਾ। ਧੁੰਦੂ ਘਾਰਾ ਦਾ ਭਾਵ ਹੈ ਜਿੱਥੇ ਕੁਝ ਵੀ ਦਿਖਾਈ ਨਹੀਂ ਸੀ, ਜਿੱਥੇ ਕੁਝ ਵੀ ਨਹੀਂ ਸੀਗਾ। ਕਹਿਣ ਲੱਗੇ ਜਿਸ ਵਕਤ ਧੁੰਦੂ ਘਾਰਾ ਸੀਗਾ, ਕੁਝ ਵੀ ਨਹੀਂ ਸੀਗਾ, ਨਾ ਪਹਿਲਾ ਤੱਤ ਹੀ ਸੀ, ਹਵਾ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਘਾਰਾ, ਧਰਨ, ਧਰਨ ਕਹਿੰਦੇ ਨੇ ਧਰਤੀ ਨੂੰ, ਗਗਨ ਕਹਿੰਦੇ ਆਕਾਸ਼ ਨੂੰ। ਧਰਨ ਨਾ ਗਗਨਾ, ਉਦੋਂ ਨਾ ਧਰਤੀ ਸੀ ਨਾ ਆਕਾਸ਼ ਸੀਗਾ। ਹੁਕਮ ਅਪਾਰਾ, ਉਦੋਂ ਇੱਕ ਹੀ ਚੀਜ਼ ਸੀ, ਤੇਰਾ ਹੁਕਮ ਸੀਗਾ। ਨਾ ਦਿਨ ਰਹਿਣ, ਨਾ ਉਦੋਂ ਦਿਨ ਸੀਗਾ ਨਾ ਰਾਤ ਸੀ। ਚੰਦ ਨਾ ਸੂਰਜ, ਨਾ ਉਦੋਂ ਚੰਦਰਮਾ ਸੀਗਾ ਨਾ ਸੂਰਜ ਸੀਗਾ। ਸੁਨ ਸਮਾਦ ਲਗਾਏਂਦਾ, ਪਰ ਉਦੋਂ ਦੋ ਚੀਜ਼ਾਂ ਉਦੋਂ ਵੀ ਸਨ। ਦੋ ਚੀਜ਼ਾਂ ਦਾ ਜ਼ਿਕਰ ਕੀਤਾ ਗੁਰਦੇਵ ਨੇ ਇੱਥੇ। ਇੱਕ ਪਰਮੇਸ਼ਰ ਆਪ ਸ਼ੂਨ ਅਵਸਥਾ 'ਚ ਸੀਗਾ ਤੇ ਦੂਜਾ ਉਹਦਾ ਹੁਕਮ ਉਦੋਂ ਵੀ ਸੀਗਾ। ਫਿਰ ਸਮਝੋ ਇਸ ਨੁਕਤੇ ਨੂੰ। ਗੁਰਦੇਵ ਕਹਿੰਦੇ ਜਿਸ ਵਕਤ ਇਸ ਕੁਦਰਤ ਵਿੱਚ ਪਹਿਲਾ ਤੱਤ ਵੀ ਨਹੀਂ ਸੀਗਾ, ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਪੌਣ ਸੀ, ਨਾ ਪਾਣੀ ਸੀ, ਨਾ ਚੰਦਰਮਾ ਸੀ, ਨਾ ਸੂਰਜ ਸੀਗਾ, ਉਸ ਵਕਤ ਦੋ ਚੀਜ਼ਾਂ ਵੀ ਮੌਜੂਦ ਸਨ, ਇੱਕ ਉਹਦਾ ਹੁਕਮ ਤੇ ਇੱਕ ਉਹ ਆਪ। ਬਚਨ ਨੂੰ ਮੈਂ ਫਿਰ ਦੁਹਰਾ ਰਿਹਾ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਅਪਾਰ ਹੁਕਮ ਉਦੋਂ ਵੀ ਸੀਗਾ, ਨਾ ਦਿਨ ਰਹਿਣ
ਚੰਦ ਨਾ ਸੂਰਜ ਸੁੰਨ ਸਮਾਧ ਲਗਾਇਂਦਾ। ਉਦੋਂ ਵਾਹਿਗੁਰੂ ਆਪ ਸ਼ੁੰਨ ਅਵਸਥਾ 'ਚ ਸੀਗਾ। ਇਹਨੂੰ ਗੁਰਦੇਵ ਨੇ ਇਉਂ ਆਖਿਆ ਆਦ ਪੂਰਨ। ਉਹਦਾ ਹੁਕਮ ਤੇ ਉਹ ਆਪ ਆਦ ਵਿੱਚ ਵੀ ਪੂਰਨ ਸੀਗਾ। ਆਦ ਪੂਰਨ ਮੱਧ ਪੂਰਨ, ਉਹਦਾ ਹੁਕਮ ਤੇ ਉਹ ਆਪ ਮੱਧ ਵਿੱਚ ਵੀ ਪੂਰਨ ਸੀਗੇ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ। ਤੇ ਇਸ ਕੁਦਰਤ ਦੇ ਅੰਤ ਵਿੱਚ ਵੀ ਉਹਦਾ ਹੁਕਮ ਤੇ ਉਹ ਆਪ ਪੂਰਨ ਰਹਿਣਗੇ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ। ਸਿਮਰੰਤ ਸੰਤ ਸਰਬਤਰ ਰਮਣੰ ਅਗਨਾਸ਼ਨ ਜਗਦੀਸ਼ਰਾ। ਸੋ ਗੁਰੂ ਅਮਰਦਾਸ ਮਹਾਰਾਜ ਜ਼ਿਕਰ ਕਰਦੇ ਇਸ ਕੁਦਰਤ ਨੂੰ ਵਾਹਿਗੁਰੂ ਨੇ ਆਪ ਆਪਣੇ ਹੁਕਮ ਵਿੱਚੋਂ ਪੰਜਾਂ ਤੱਤਾਂ ਤੋਂ ਪੈਦਾ ਕੀਤਾ। ਆਪੇ ਆਪ ਉਪਾਇਨ ਆਪ ਕੀਮਤ ਪਾਈ। ਕੀਮਤ ਇਹ ਸ਼ਬਦ ਬਾਣੀ 'ਚ ਬੜੀ ਵਾਰੀ ਆਉਂਦਾ ਹੈ। ਕਈ ਵਾਰੀ ਇਹਦਾ ਜ਼ਿਕਰ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕਈ ਵਾਰੀ ਇਹਦਾ ਜ਼ਿਕਰ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਗੁਰਮੁਖ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕਈ ਵਾਰੀ ਇਹਦਾ ਜ਼ਿਕਰ ਇਸ ਤਰ੍ਹਾਂ ਵੀ ਆਉਂਦਾ ਹੈ ਭਗਤ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕਈ ਵਾਰੀ ਇਹਦਾ ਜ਼ਿਕਰ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਪਹਿਲਾਂ ਲਫ਼ਜ਼ ਕੀਮਤ ਨੂੰ ਸਮਝ ਲਈਏ। ਕੀਮਤ ਦਾ ਮਤਲਬ ਇਹ ਹੈ ਇੱਕ ਚੀਜ਼ ਦੇ ਤੁੱਲ ਕੋਈ ਦੂਸਰੀ ਚੀਜ਼। ਜਿਵੇਂ ਅੱਜ ਅਸੀਂ ਬਾਜ਼ਾਰ 'ਚ ਜਾਂਦੇ ਹਾਂ, ਅਸੀਂ ਉੱਥੋਂ ਕੋਈ ਸਮਾਨ ਲੈਣਾ, ਉਸ ਸਮਾਨ ਦੇ ਤੁੱਲ ਸਾਨੂੰ ਕੋਈ ਕੀਮਤ ਅਦਾ ਕਰਨੀ ਪੈਂਦੀ ਹੈ। ਭਾਵ ਇੱਕ ਚੀਜ਼ ਦੇ ਤੁੱਲ ਕੋਈ ਦੂਜੀ ਚੀਜ਼। ਇੱਕ ਸਮਾਂ ਐਸਾ ਸੀਗਾ ਜਦੋਂ ਇਸ ਸੰਸਾਰ ਦੇ ਵਿੱਚ ਅਨਾਜ ਹੀ ਕੀਮਤ ਹੁੰਦੀ ਸੀ। ਕਿਸੇ ਵੀ ਚੀਜ਼ ਦਾ ਮੁੱਲ ਤਾਰਨਾ ਹੈ ਤਾਂ ਅਨਾਜ ਹੀ ਮੁੱਲ ਤਾਰਦਾ ਹੁੰਦਾ ਸੀ। ਅਨਾਜ ਹੀ ਦਿੱਤਾ ਜਾਂਦਾ ਸੀ, ਅਨਾਜ ਹੀ ਲਿਆ ਜਾਂਦਾ ਸੀ। ਫਿਰ ਧੀਰੇ ਧੀਰੇ ਧਾਤਾਂ ਦੀ ਖੋਜ ਹੋਈ। ਫਿਰ ਇਹ ਕੀਮਤ ਧਾਤਾਂ 'ਚ ਬਦਲ ਗਈ। ਧਾਤਾਂ 'ਚ ਬਦਲ ਕੇ ਇਹ ਕੀਮਤ ਧੀਰੇ ਧੀਰੇ ਸੋਨੇ 'ਚ ਬਦਲ ਗਈ। ਸੋਨੇ ਨੂੰ ਸੰਭਾਲਣਾ ਔਖਾ ਸੀ ਕਿਉਂਕਿ ਇਹ ਧਾਤ ਥੋੜੀ ਹੈ। ਫਿਰ ਇਹ ਕੀਮਤ ਸੁਨਿਆਰ ਦੇ ਦੁਆਰਾ ਲਿਖੀਆਂ ਗਈਆਂ ਪਰਚੀਆਂ 'ਚ ਬਦਲ ਗਈ, ਜਿਹਨੂੰ ਹੁੰਡੀ ਕਹਿੰਦੇ ਸਨ। ਭਾਵ ਉਹ ਪਰਚੀ ਲਿਖ ਦਿੰਦਾ ਸੀਗਾ ਕਿ ਭਾਈ ਇਹਦਾ ਸੋਨਾ ਇੰਨਾ ਹੈ, ਇਹਦੇ ਬਦਲੇ ਇੰਨਾ ਇਹਨੂੰ ਸਮਾਨ ਦਿੱਤਾ ਜਾ ਸਕਦਾ ਹੈ। ਉਹ ਆਪਣੀ ਦੁਕਾਨ ਤੇ ਬੈਠਾ ਹੀ ਪਰਚੀਆਂ ਦਾ ਵਾਧਾ ਘਾਟਾ, ਕਾਗਜ਼ਾਂ ਦਾ ਵਾਧਾ ਘਾਟਾ ਕਰ ਲੈਂਦਾ ਸੀ। ਸੋਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਲਿਜਾਇਆ ਜਾਂਦਾ ਸੀ। ਸੋ ਫਿਰ ਕੀਮਤ ਇੱਥੇ ਬਦਲ ਗਈ ਧਾਤਾਂ ਦੇ ਵਿੱਚ। ਧਾਤਾਂ ਤੋਂ ਧੀਰੇ ਧੀਰੇ ਇਹ ਕੀਮਤ ਜਿਹੜੀ ਹੈ ਅੱਜ ਨੋਟਾਂ 'ਚ ਬਦਲ ਗਈ ਹੈ। ਉਹੀ ਕਾਗਜ਼ ਹੈ ਜਿਹੜਾ ਕਦੀ ਸੁਨਿਆਰ ਦੇ ਕੋਲ ਸੀ। ਇਹਦੀ ਸ਼ੁਰੂਆਤ ਪਹਿਲੀ ਵਾਰੀ ਦੁਨੀਆ ਦੇ ਵਿੱਚ ਇੱਕ ਪਰਿਵਾਰ ਹੋਇਆ, ਯਹੂਦੀ ਪਰਿਵਾਰ, ਰੋਥ ਚਾਈਲਡ ਉਹਨੂੰ ਕਹਿੰਦੇ ਨੇ, ਰੋਥ ਚਾਈਲਡ ਪਰਿਵਾਰ। ਉਹਨਾਂ ਨੇ ਸ਼ੁਰੂਆਤ ਕੀਤੀ ਦੁਨੀਆ ਦੇ ਵਿੱਚ। ਭਾਵ ਜੋ ਕਾਗਜ਼ੀ ਨੋਟ ਛਾਪੇ, ਇਹਦੀ ਸ਼ੁਰੂਆਤ ਜਿਹੜੀ ਹੈ ਇਹ ਯਹੂਦੀ ਪਰਿਵਾਰ ਰੋਥ ਚਾਈਲਡ ਨੇ ਕੀਤੀ। ਤੇ ਉਸ ਨੇ ਇਸ ਢੰਗ ਦੇ ਨਾਲ ਫਿਰ ਛੋਟੀਆਂ ਛੋਟੀਆਂ ਕੰਪਨੀਆਂ ਬਣਾਈਆਂ ਤੇ ਉਹਨਾਂ ਕੰਪਨੀਆਂ ਦੇ ਥਰੂ ਵਪਾਰ ਸ਼ੁਰੂ ਕੀਤਾ, ਜਿਨ੍ਹਾਂ ਵਿੱਚੋਂ ਇੱਕ ਕੰਪਨੀ ਜੋ ਭਾਰਤ ਵਿੱਚ ਆਈ ਸੀ, ਈਸਟ ਇੰਡੀਆ ਕੰਪਨੀ, ਉਹਨਾਂ ਦੀ ਬਣਾਈ ਹੋਈ ਸੀ, ਜਿਸ ਨੂੰ ਉਸ ਨੇ ਕੀਮਤ ਦਿੱਤੀ ਸੀ। ਭਾਵ ਖਜ਼ਾਨਾ ਦਿੱਤਾ ਸੀ ਕਿ ਤੂੰ ਵਪਾਰ ਕਰਨਾ। ਖੈਰ, ਮੈਂ ਆਪਣੇ ਗੱਲ ਵੱਲ ਵਾਪਸ ਪਰਤਾਂ। ਕੀਮਤ ਦਾ ਮੁੱਲ ਕੀ? ਕੀਮਤ ਦਾ ਭਾਵ ਕੀ ਹੈ? ਕੀਮਤ ਦਾ ਭਾਵ ਹੈ ਇੱਕ ਚੀਜ਼ ਦੇ ਤੁੱਲ ਕਿਸੇ ਦੂਜੀ ਚੀਜ਼ ਨੂੰ ਠਹਿਰਾ ਦੇਣਾ। ਬਾਣੀ 'ਚ ਜਿਵੇਂ ਜ਼ਿਕਰ ਆਉਂਦਾ ਹੈ, ਗੁਰਦੇਵ ਕਹਿੰਦੇ ਨੇ ਮਨਮੁਖ ਜਿਹੜਾ ਉਹ ਗੁਰਮੁਖ ਦੇ ਤੁੱਲ ਨਹੀਂ ਖੜ ਸਕਦਾ, ਭਗਤ ਦੇ ਤੁੱਲ ਕੋਈ ਨਹੀਂ ਖੜ ਸਕਦਾ। ਗੁਰਦੇਵ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇੱਕ ਥਾਂ ਤੇ ਗੁਰਦੇਵ ਇਉਂ ਵੀ ਕਹਿੰਦੇ ਨੇ, ਕਹਿੰਦੇ ਕੰਚਨ ਸਿਉ ਪਾਈਐ ਨਹੀਂ ਮੋਲ। ਉਥੇ ਕੀਮਤ ਨੂੰ ਆਖਿਆ ਮੋਲ, ਕਿ ਕੋਈ ਸੋਨਾ ਦੇ ਕੇ ਵੀ ਮੁੱਲ ਨਹੀਂ ਲੈ ਸਕਦਾ ਨਾਮ ਦੀ ਕੀਮਤ ਜਿਹੜੀ ਹੈ ਉਹ ਸੋਨਾ ਨਹੀਂ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਇਵੇਂ ਵੀ ਜ਼ਿਕਰ ਆਉਂਦਾ ਹੈ। ਸੋ ਕੀਮਤ ਦਾ ਭਾਵ ਹੈ ਇੱਕ ਚੀਜ਼ ਦੇ ਤੁੱਲ ਕੋਈ ਦੂਸਰੀ ਚੀਜ਼। ਤਾਂ ਗੁਰਦੇਵ ਕਹਿੰਦੇ, ਗੁਰੂ ਅਮਰਦਾਸ, ਆਪੇ ਆਪ ਕੀਮਤ ਪਾਈ। ਉਹਨੇ ਇੱਕ ਚੀਜ਼ ਦੇ ਬਰਾਬਰ ਦੂਜੀ ਚੀਜ਼ ਜਿਹੜੀ ਹੈ ਉਹ ਆਪ ਹੀ ਤਿਆਰ ਕੀਤੀ ਹੈ।
ਕੋਈ ਦੂਸਰਾ ਦੁਨੀਆ ਦੇ ਵਿੱਚ ਐਸਾ ਨਹੀਂ ਹੈ ਕਿ ਉਹ ਇੱਕ ਚੀਜ਼ ਦੇ ਬਰਾਬਰ ਕੋਈ ਦੂਜੀ ਚੀਜ਼ ਪੈਦਾ ਕਰਦਾ ਹੈ। ਭਾਵ ਇਸ ਕੁਦਰਤ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਬਾਣੀ 'ਚ ਜ਼ਿਕਰ ਆਉਂਦਾ ਹੈ ਕਿ ਵਾਹਿਗੁਰੂ ਨੇ ਅੰਮ੍ਰਿਤ ਵੀ ਪੈਦਾ ਕੀਤਾ ਹੈ ਤੇ ਉੱਥੇ ਜ਼ਹਿਰ ਵੀ ਪੈਦਾ ਕੀਤਾ ਹੈ, ਫਿਰ ਜ਼ਹਿਰ ਦੀ ਕਾਢ ਕਰਨ ਲਈ ਫਿਰ ਅੰਮ੍ਰਿਤ ਵੀ ਪੈਦਾ ਕੀਤਾ। ਇਹਨੂੰ ਬਾਣੀ ਨੇ ਇਉਂ ਲਿਖਿਆ ਹੈ, ਇੱਥੇ ਕੀਮਤ ਦਾ ਭਾਵ ਇਹ ਹੈ ਕਿ ਇੱਕ ਚੀਜ਼ ਦੇ ਤੁੱਲ ਕੋਈ ਦੂਜੀ ਚੀਜ਼, ਜੇ ਅੰਮ੍ਰਿਤ ਹੈ, ਅੰਮ੍ਰਿਤ ਦੀ ਕਾਟ ਜ਼ਹਿਰ ਹੈ ਤੇ ਜ਼ਹਿਰ ਦੀ ਕਾਟ ਅੰਮ੍ਰਿਤ ਹੈ। ਦਿਨ ਹੈ, ਦਿਨ ਦੀ ਕਾਟ ਰਾਤ ਹੈ ਤੇ ਰਾਤ ਦੀ ਕਾਟ ਦਿਨ ਹੈ। ਇਹਨੂੰ ਕਹਿੰਦੇ ਨੇ ਦੋ ਚੀਜ਼ਾਂ ਦਾ। ਜਿਵੇਂ ਅਸੀਂ ਕਹਿੰਦੇ ਹਾਂ ਸੱਚ ਹੈ, ਸੱਚ ਦੀ ਕਾਟ ਝੂਠ ਹੈ ਤੇ ਝੂਠ ਦੀ ਕਾਟ ਸੱਚ ਹੈ। ਇਹ ਦੋ ਚੀਜ਼ਾਂ ਨੇ। ਭਾਵ ਜਦੋਂ ਕੀਮਤ ਸ਼ਬਦ ਆਉਂਦਾ ਹੈ ਤੇ ਇੱਥੇ ਦੋ ਚੀਜ਼ਾਂ ਦਾ ਜੁੱਟ ਹੈ ਜਿਹੜਾ ਰੱਬ ਨੇ, ਕੁਦਰਤ ਵਾਲੇ ਨੇ ਇੱਥੇ ਬਣਾਇਆ। ਤੁਸੀਂ ਵੇਖੋ ਕੁਦਰਤ ਵਿੱਚ ਦੋ ਚੀਜ਼ਾਂ ਦਾ ਜੁੱਟ ਹੈ, ਦੋ ਚੀਜ਼ਾਂ ਪੈਰਲਲ ਚੱਲਦੀਆਂ ਨੇ। ਬਾਣੀ 'ਚ ਇਹਦੇ ਬਾਰੇ ਇੱਕ ਜ਼ਿਕਰ ਆਉਂਦਾ ਹੈ, ਕਹਿਣ ਲੱਗੇ ਬਿਰਖੈ ਹੇਠ ਸਭ ਜੰਤ ਇਕੱਠੇ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਬਿਰਖੈ ਹੇਠ ਸਭ ਜੰਤ ਇਕੱਠੇ। ਆਪਾਂ ਜਿੰਨੇ ਵੀ ਹਾਂ ਇਹ ਸੰਸਾਰ ਰੁੱਖੀ ਰੁੱਖ ਦੇ ਥੱਲੇ, ਸਮਝ ਲਓ ਜਿਵੇਂ ਪੰਛੀ ਰੁੱਖ ਦੇ ਥੱਲੇ ਇਕੱਠੇ ਹੋ ਜਾਂਦੇ ਨੇ, ਆਪਾਂ ਸੰਸਾਰ ਰੁੱਖੀ ਰੁੱਖ ਦੇ ਥੱਲੇ ਇਕੱਠੇ ਹੋਏ ਆ। ਉਹ ਕਹਿੰਦੇ ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਥੇ ਤੱਤੇ ਵੀ ਬੜੇ ਨੇ ਤੇ ਇੱਥੇ ਮਿੱਠੇ ਵੀ ਬੜੇ ਨੇ। ਤੱਤਿਆਂ ਦੀ ਕਾਟ ਮਿੱਠੇ ਨੇ ਤੇ ਮਿੱਠਿਆਂ ਦੀ ਕਾਟ ਤੱਤੇ ਨੇ। ਭਾਵ ਦੋਵੇਂ ਤਰ੍ਹਾਂ ਦੇ ਲੋਕ ਨੇ, ਨਾ ਹੀ ਸਾਰੇ ਤੱਤੇ ਨੇ ਤੇ ਨਾ ਹੀ ਸਾਰੇ ਮਿੱਠੇ ਨੇ। ਤੱਤੇ ਦਾ ਭਾਵ ਹੈ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਹੋਛੇ, ਕਿ ਜੋ ਚੰਦ ਸਮੇਂ ਦੇ ਵਿੱਚ ਹੀ ਆਪਣਾ ਆਪਾ ਗਵਾ ਲੈਂਦੇ ਨੇ। ਤੇ ਮਿੱਠੇ ਦਾ ਭਾਵ ਹੈ ਆਪਣੇ ਆਪ ਅੰਦਰ ਅਥਾਹ ਸਬਰ ਲੈ ਕੇ ਬੈਠੇ ਹੋਏ, ਕਿ ਉਹਨਾਂ ਦੇ ਅੰਦਰ ਇੰਨਾ ਕੁ ਸਬਰ ਹੈ ਕਿ ਉਸ ਸਬਰ ਨੂੰ ਪੈਮਾਨੇ ਨਾਲ ਮਾਪਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਬੰਦੇ ਵੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਕਿੱਥੇ ਰੱਖਾਂਗੇ? ਉਹ ਮਿੱਠਿਆਂ ਦੇ ਵਿੱਚ, ਉਹ ਸਬਰ ਵਾਲਿਆਂ ਵਿੱਚ ਉੱਥੇ ਨੇ ਕਿ ਉਹਨਾਂ ਦੇ ਤੁੱਲ ਕਿਸੇ 'ਚ ਸਬਰ ਨਹੀਂ, ਕਿ ਜੋ ਤੱਤੀ ਤਵੀ ਤੇ ਬਹਿ ਕੇ ਵੀ ਮੁਸਕਰਾ ਰਹੇ। ਤੇ ਤੱਤੇ ਦਾ ਭਾਵ ਹੈ ਉਹ ਜਹਾਂਗੀਰ ਵਰਗੇ ਤੱਤੇ ਲੋਕ ਜਿਨ੍ਹਾਂ ਨੇ ਚੰਦ ਗੱਲਾਂ ਸੁਣਦਿਆਂ ਹੀ ਆਪਣਾ ਆਪਾ ਗਵਾ ਦਿੱਤਾ ਤੇ ਉਸ ਘਰ ਲਈ ਤੇ ਉਸ ਗੁਰੂ ਅਰਜਨ ਸਾਹਿਬ ਲਈ ਹੁਕਮ ਫਰਮਾਨ ਜਾਰੀ ਕਰ ਦਿੱਤੇ, ਜਿਨ੍ਹਾਂ ਨੇ ਉਸੇ ਹੀ ਸ਼ਹਿਰ ਵਿੱਚ ਅਜੇ ਥੋੜੇ ਸਾਲ ਪਹਿਲਾਂ ਲੋਕਾਂ ਨੂੰ ਆਪਣੇ ਹੱਥੀ ਸਾਂਭਿਆ ਸੀਗਾ। ਸੋ ਇੱਥੇ ਤੱਤਿਆਂ ਦੀ ਵੀ ਘਾਟ ਨਹੀਂ ਤੇ ਇੱਥੇ ਮਿੱਠਿਆਂ ਦੀ, ਸਬਰ ਵਾਲਿਆਂ ਦੀ ਵੀ ਘਾਟ ਨਹੀਂ ਹੈ, ਦੋਵੇਂ ਨੇ। ਇਹਨੂੰ ਕਹਿੰਦੇ ਨੇ ਕੀਮਤ। ਇਹ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਇੱਕ ਹੀ ਘਰ ਵਿੱਚ ਇੱਕ ਬੱਚਾ ਐਸਾ ਹੈ ਕਿ ਦੂਸਰੇ ਬੱਚੇ ਦੇ ਨਾਲ ਉਹਦਾ ਕੋਈ ਸੁਭਾਅ, ਕੋਈ ਉਹਦਾ ਗੁਣ ਨਹੀਂ ਰਲਦਾ। ਇਹਨੂੰ ਕੀ ਕਹੋਗੇ? ਇਹ ਕਾਟ ਹੈ। ਉਸੇ ਹੀ ਘਰ ਵਿੱਚ ਹਰਨਾਕਸ਼ ਪੈਦਾ ਹੁੰਦਾ ਹੈ ਤੇ ਉਸੇ ਹੀ ਘਰ ਵਿੱਚ ਪ੍ਰਹਿਲਾਦ ਪੈਦਾ ਹੁੰਦਾ ਹੈ। ਸੋ ਇਹਨੂੰ ਕਹਿੰਦੇ ਨੇ ਕੀਮਤ। ਦੋ ਚੀਜ਼ਾਂ ਦਾ ਆਪਸ, ਇੱਕ ਦੂਜੇ ਦੇ ਵਿਰੋਧੀ। ਇਹਨੂੰ ਬਾਣੀ ਨੇ ਇਉਂ ਵੀ ਆਖਿਆ ਹੈ, ਵੇਖ ਅੰਮ੍ਰਿਤ ਕਰਤਾਰ ਉਪਾਏ। ਇਹਨੂੰ ਬਾਣੀ ਨੇ ਆਖਿਆ ਕਿ ਵਾਹਿਗੁਰੂ ਨੇ ਇੱਥੇ ਜ਼ਹਿਰ ਵੀ ਪੈਦਾ ਕੀਤਾ ਹੈ ਤੇ ਜ਼ਹਿਰ ਦੀ ਕਾਟ ਅੰਮ੍ਰਿਤ ਵੀ ਪੈਦਾ ਕੀਤਾ ਹੈ ਤੇ ਅੰਮ੍ਰਿਤ ਦੀ ਕਾਟ ਫੇਰ ਜ਼ਹਿਰ ਪੈਦਾ ਕੀਤਾ ਹੈ। ਦੋ ਚੀਜ਼ਾਂ ਬਰਾਬਰ ਹੀ ਚੱਲਣਗੀਆਂ। ਸੋ ਗੁਰਦੇਵ ਕਹਿੰਦੇ ਨੇ, ਕਹਿੰਦੇ ਆਪੇ ਆਪ ਕੀਮਤ ਪਾਈ। ਉਹਨੇ ਕੀਮਤ ਵੀ ਆਪ ਪਾਈ। ਇੱਥੇ ਕੀਮਤ ਦਾ ਭਾਵ ਇਹ ਨਾ ਸਮਝ ਲੈਣਾ ਕਿ ਉਹਨੇ ਕੋਈ ਖਜ਼ਾਨਾ ਪੈਦਾ ਕੀਤਾ ਹੈ ਤੇ ਉਹ ਖਜ਼ਾਨੇ ਚੋਂ ਕੋਈ ਚੀਜ਼ਾਂ ਮੁੱਲ ਦੇ ਰਿਹਾ, ਨਹੀਂ। ਇੱਥੇ ਕੀਮਤ ਤੋਂ ਭਾਵ ਮੇਰਾ ਇਹ ਹੈ, ਜਿਵੇਂ ਦਿਨ ਹੈ ਰਾਤ ਹੈ, ਜਿਵੇਂ ਸੱਚ ਹੈ ਉਵੇਂ ਝੂਠ ਹੈ, ਜਿਵੇਂ ਧਰਮ ਹੈ ਅਧਰਮ ਹੈ, ਜਿਵੇਂ ਅੰਮ੍ਰਿਤ ਹੈ ਜ਼ਹਿਰ ਹੈ। ਜੇ ਇੱਥੇ ਕੌੜੇ ਫਲ ਨੇ ਤੇ ਇੱਥੇ ਮਿੱਠੇ ਵੀ ਨੇ, ਜੇ ਇੱਥੇ ਫੁੱਲ ਨੇ ਤਾਂ ਇੱਥੇ ਕੰਡੇ ਵੀ ਨੇ, ਜੇ ਇੱਥੇ ਖੁੰਖਾਰ ਜਾਨਵਰ ਨੇ ਤੇ ਇੱਥੇ ਪਿਆਰ ਕਰਨ ਵਾਲੇ ਜਾਨਵਰ ਵੀ ਨੇ, ਜੇ ਇੱਥੇ ਜ਼ਹਿਰ ਦੇ ਭਰੇ ਜੀਵ ਨੇ ਤੇ ਇੱਥੇ ਅੰਮ੍ਰਿਤ ਵਰਗੇ ਵੀ ਜੀਵ ਨੇ। ਇਹ ਦੋ ਚੀਜ਼ਾਂ ਪੈਰਲਲ ਬਰਾਬਰ ਚੱਲ ਰਹੀਆਂ, ਇਹ ਦੋ ਚੀਜ਼ਾਂ ਸਮਾਂਤਰ ਚੱਲ ਰਹੀਆਂ ਨੇ ਇਸ ਕੁਦਰਤ ਵਿੱਚ, ਤੇ ਇਹਨਾਂ ਦੋਵਾਂ ਦੇ ਵਿੱਚ ਇਹ ਕੁਦਰਤ ਚੱਲ ਰਹੀ ਹੈ। ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਅੱਜ ਇੱਕ ਮੁੱਦਾ ਬੜਾ ਹਾਵੀ ਹੋਇਆ ਪੂਰੀ ਦੁਨੀਆ ਦੇ ਵਿੱਚ, ਉਹ ਹੈ ਵਾਤਾਵਰਣ ਸੰਬੰਧੀ ਤੇ ਪਾਣੀ ਸੰਬੰਧੀ। ਤੁਸੀਂ ਰੋਜ਼ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਬਾਰੇ ਸਮਾਚਾਰ ਪੜ੍ਹਦੇ ਹੋ ਕਿ ਵਾਤਾਵਰਣ ਖਰਾਬ ਹੈ,
ਜਾਂ ਪਾਣੀ ਖਰਾਬ ਹੈ। ਜਦੋਂ ਗੁਰੂ ਨਾਨਕ ਸਾਹਿਬ ਦੀ ਨਿਗਾਹ ਨਾਲ ਦੇਖੋਗੇ ਤਾਂ ਉਸ ਵਕਤ ਇਹ ਗੱਲ ਇਸ ਤਰ੍ਹਾਂ ਸਮਝ ਆਏਗੀ ਕਿ ਗੁਰੂ ਸਾਹਿਬ ਕਹਿੰਦੇ ਨੇ ਪਰਮੇਸ਼ਰ ਨੇ ਦੋ ਚੀਜ਼ਾਂ ਬਰਾਬਰ ਪੈਦਾ ਕੀਤੀਆਂ ਸਨ। ਜਦੋਂ ਇਨਸਾਨ ਨੇ ਆਪਣੀ ਹਉਮੈ ਚੋਂ ਉਹਨਾਂ ਚੀਜ਼ਾਂ ਨੂੰ ਅਨਬੈਲੈਂਸ ਕਰ ਦਿੱਤਾ ਹੈ ਤਾਂ ਇਸ ਕਰਕੇ ਇਹ ਵਿਖੜਾ ਸਮਾਂ ਸਾਡੇ ਸਾਹਮਣੇ ਪੈਦਾ ਹੋਇਆ। ਇਹ ਵਿਖੜਾ ਸਮਾਂ ਤਾਂ ਸਾਡੇ ਸਾਹਮਣੇ ਪੈਦਾ ਹੋਇਆ। ਉਹ ਗੁਰੂ ਨਾਨਕ ਸਾਹਿਬ ਇਸ ਚੀਜ਼ ਨੂੰ ਇਉਂ ਦੇਖਦੇ ਨੇ, ਭਾਵ ਇੱਥੇ ਜਿੰਨੀ ਜ਼ਹਿਰ ਦੀ ਲੋੜ ਸੀ ਵਾਹਿਗੁਰੂ ਨੇ ਉਨੀ ਪੈਦਾ ਕੀਤੀ ਹੈ, ਤੇ ਜਿੰਨੀ ਇੱਥੇ ਅੰਮ੍ਰਿਤ ਦੀ ਲੋੜ ਸੀ ਉਹਨੇ ਉਨਾ ਹੀ ਪੈਦਾ ਕੀਤਾ ਹੈ। ਪਰ ਬੰਦੇ ਨੇ ਆਪਣੀ ਹਉਮੈ ਵਿੱਚੋਂ ਇਹਨਾਂ ਦੋਵਾਂ ਚੀਜ਼ਾਂ ਨੂੰ ਅਗਾਂਹ ਪਿਛਾਂਹ ਕਰ ਦਿੱਤਾ, ਇਸ ਕਰਕੇ ਅੱਜ ਉਹਦੇ ਸਾਹਮਣੇ ਇਹ ਚੁਣੌਤੀ ਆ ਰਹੀ ਹੈ। ਸੋ ਖੈਰ ਗੁਰਦੇਵ ਕਹਿੰਦੇ ਆਪੇ ਆਪ ਉਪਾਏ, ਉਹਨਾਂ ਨੇ ਕੁਦਰਤ ਵੀ ਆਪ ਪੈਦਾ ਕੀਤੀ ਹੈ, ਤੇ ਕੁਦਰਤ ਵਿੱਚ ਦੋ ਚੀਜ਼ਾਂ ਦਿਨ ਤੇ ਰਾਤ, ਸੱਚ ਤੇ ਝੂਠ, ਅੰਮ੍ਰਿਤ ਤੇ ਜ਼ਹਿਰ, ਪਾਪ ਤੇ ਪੁੰਨ, ਇਹ ਦੋਵੇਂ ਚੀਜ਼ਾਂ ਆਪ ਪੈਦਾ ਕੀਤੀਆਂ ਨੇ। ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ, ਕਹਿੰਦੇ ਉਹਦਾ ਪੈਦਾ ਕੀਤੀ ਹੋਈ ਦਾ ਅੰਤ ਨਹੀਂ ਪਾ ਸਕਦੇ ਆਪਾਂ। ਆਪ ਭਾਵ ਅਸੀਂ ਹਰ ਇੱਕ ਚੀਜ਼ ਨੂੰ, ਬੰਦੇ ਨੇ ਬੜੀ ਕੋਸ਼ਿਸ਼ ਕੀਤੀ ਹੈ, ਭਾਵ ਜਿਹਨੂੰ ਅਸੀਂ ਵਿਗਿਆਨ ਕਹਿੰਦੇ ਹਾਂ। ਵਿਗਿਆਨ ਕੀ ਹੈ? ਵਿਗਿਆਨ ਉਹ ਇੱਕ ਸੰਦ ਹੈ, ਵਿਗਿਆਨ ਉਹ ਇੱਕ ਢੰਗ ਹੈ ਜਿਹਦੇ ਦੁਆਰਾ ਕੁਦਰਤ ਨੂੰ ਅਤੇ ਬੰਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਗੁਰਦੇਵ ਕਹਿੰਦੇ ਵਾਹਿਗੁਰੂ ਦੀ ਇਸ ਵਿਸ਼ਾਲ ਕੁਦਰਤ ਦੇ ਸਾਹਮਣੇ ਇਹ ਬੰਦੇ ਦੇ ਬਣਾਏ ਹੋਏ ਸੰਦ ਇੱਕ ਦਿਨ ਹਥਿਆਰ ਟੇਕ ਜਾਣਗੇ। ਵਿਗਿਆਨ ਨੇ ਬੇਸ਼ੱਕ ਬੜੀ ਤਰੱਕੀ ਕੀਤੀ ਹੈ, ਤੇ ਉਸ ਤਰੱਕੀ ਦੇ ਦੁਆਰਾ ਇਸ ਨੇ ਬੰਦੇ ਨੂੰ ਤੇ ਇਸ ਕੁਦਰਤ ਨੂੰ ਸਮਝਣ ਵਿੱਚ ਬੜੇ ਮਾਰ ਕੇ ਮਾਰੇ ਨੇ। ਪਰ ਜੇ ਕਿਸੇ ਵਿਗਿਆਨੀ ਕੋਲ ਗੱਲ ਕਰੀਏ, ਕਿਸੇ ਸਾਇੰਸਦਾਨ ਕੋਲ ਬੈਠ ਕੇ ਆਪਾਂ ਗੱਲ ਕਰਦੇ ਹਾਂ, ਉਹ ਕਹਿੰਦੇ ਅਜੇ ਤੇ ਇਹ ਬਿਲਕੁਲ ਅਜੇ ਕਿਣਕਾ ਮਾਤਰੀ, ਅਜੇ ਤੇ ਬੜਾ ਕੁਛ ਅੱਗੇ ਹੈ, ਅਜੇ ਤੇ ਬੜਾ ਕੁਝ ਜਾਣਨ ਵਾਲਾ ਹੈ। ਉਹ ਇਹ ਗੱਲ ਕਹਿੰਦੇ ਨੇ। ਇਸੇ ਨੂੰ ਗੁਰਦੇਵ ਇੱਥੇ ਕਹਿੰਦੇ ਨੇ ਇਸ ਕੁਦਰਤ ਨੂੰ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਨੂੰ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਚੋਂ ਲਿਖਿਆ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅਗਲੀ ਪੰਕਤੀ ਵੱਲ ਧਿਆਨ ਦੇਣਾ, ਅੰਤ ਕਾਰਨ ਕੀਤੇ ਬਿਲ ਲਾਹੇ। ਬਿਲ ਲਾਹੇ ਦਾ ਮਤਲਬ ਬੜੇ ਵਿਆਕਲ ਨੇ। ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਇਸ ਪ੍ਰਥਾ ਯੁੱਧ ਹੈ ਕਿ ਇਹ ਚੀਜ਼ ਮੈਨੂੰ ਪਹਿਲਾਂ ਲੱਭ ਜਾਏ, ਇਸ ਚੀਜ਼ ਦੀ ਭਾਲ ਮੈਨੂੰ ਲੱਭ ਜਾਏ, ਇਹ ਪਹਿਲਾਂ ਮੈਨੂੰ ਹੋ ਜਾਏ। ਇਸ ਕਰਕੇ ਗੁਰਦੇਵ ਕਹਿੰਦੇ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਕਹਿਆ ਹੋਇਆ ਪਵਿੱਤਰ ਬਚਨ ਹੈ। ਸੋ ਇੱਥੇ ਅੰਤ ਦਾ ਭਾਵ ਹੈ ਉਹਦੀ ਪੈਦਾ ਕੀਤੀ ਹੋਈ ਕੁਦਰਤ ਦੇ ਅੰਦਰ ਜੋ ਗਹਿਰਾਈਆਂ ਨੇ, ਉਹਨਾਂ ਗਹਿਰਾਈਆਂ ਨੂੰ ਬੰਦਾ ਆਪਣੀ ਕੁੱਲ ਸਮਰੱਥਾ ਦੇ ਦੁਆਰਾ ਵੀ ਸਮਝ ਨਹੀਂ ਸਕਦਾ। ਉਹ ਕਿੰਨੀਆਂ ਕੁ ਗੋਝ ਭਰੇ ਰਾਜ ਇਹ ਕੁਦਰਤ ਆਪਣੇ ਵਿੱਚ ਲੁਕਾਈ ਬੈਠੀ ਹੈ, ਆਪਣੇ ਵਿੱਚ ਛੁਪਾਈ ਬੈਠੀ ਹੈ। ਗੁਰਦੇਵ ਕਹਿੰਦੇ ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ 부ਝਾਈ। ਪਰ ਇਹ ਗੱਲ ਉਸੇ ਨੂੰ ਸਮਝ ਆਉਂਦੀ ਹੈ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਬੁੱਝਦਾ ਹੈ, ਨਹੀਂ ਤੇ ਬਾਕੀ ਬੰਦੇ ਟੱਕਰਾਂ ਹੀ ਮਾਰਦੇ ਰਹਿੰਦੇ ਨੇ। ਬਾਣੀ ਦੇ ਵਿੱਚ ਇੱਕ ਉਦਾਹਰਨ ਹੈ, ਵੈਸੇ ਉਹ ਸਨਾਤਨ ਮਤ ਦੀ ਹੈ, ਪਰ ਗੁਰੂ ਮਹਾਰਾਜ ਉਹਨਾਂ ਨੂੰ ਵਰਤਿਆ ਇਸ ਪ੍ਰਥਾਏ। ਸਨਾਤਨ ਮਤ ਦੇ ਵਿੱਚ ਕਥਨ ਆਉਂਦਾ ਹੈ, ਉਹ ਆਉਂਦਾ ਬ੍ਰਹਮੇ ਦੇ ਪ੍ਰਥਾਏ, ਕਿ ਉਹਨਾਂ ਵਿੱਚ ਆਪਸ ਵਿੱਚ ਇੱਕ ਵਾਰ ਇਸ ਗੱਲ ਦੀ ਸ਼ਰਤ ਲੱਗ ਗਈ ਕਿ ਇਸ ਕੁਦਰਤ ਦਾ ਅੰਤ ਪਾਉਣਾ ਹੈ। ਇਸ ਨੂੰ ਉਦਾਹਰਨ ਵਜੋਂ ਗੁਰਦੇਵ ਨੇ ਬਾਣੀ 'ਚ ਵਰਤਿਆ। ਇਹ ਗੱਲਾਂ ਉਦੋਂ ਵੀ ਸਨ ਤੇ ਅੱਜ ਵੀ ਹਨ। ਤਾਂ ਕਹਿੰਦੇ ਨੇ ਉਹ ਕਮਲ ਦੇ ਫੁੱਲ ਦੀ ਨਾੜੀ ਵਿੱਚ ਉਤਰਿਆ। ਇਹ ਸਮਝਾਉਣ ਲਈ ਹੈ ਗੁਰਦੇਵ ਨੇ ਇਸ ਕਥਨ ਨੂੰ, ਜੋ ਲੋਕਾਂ 'ਚ ਪ੍ਰਚਲਿਤ ਸੀਗਾ, ਉਦਾਹਰਨ ਵਜੋਂ ਲੈ ਕੇ ਤੇ ਸਾਡੇ ਦਿਮਾਗ 'ਚ ਇਹ ਗੱਲ ਪਾਈ। ਕਹਿਣ ਲੱਗੇ ਉਹ ਕਮਲ ਦੇ ਫੁੱਲ ਦੀ ਨਾਲੀ ਦੇ ਵਿੱਚ ਉਤਰਿਆ ਤੇ ਨਾਲੀ ਦੇ ਵਿੱਚ ਹੀ ਕਈ ਸਾਲ ਜਿਹੜਾ ਉਹ ਯਾਤਰਾ ਕਰਦਾ ਹੈ। ਵੈਸੇ ਇਹ ਗੱਲ ਸੰਭਵ ਨਹੀਂ ਹੈ, ਪਰ ਗੁਰਦੇਵ ਨੇ ਪ੍ਰਚਲਿਤ ਸੀਗੀ ਇਹਦੀ ਉਦਾਹਰਨ ਲਈ। ਕਹਿਣ ਲੱਗੇ ਜੇ ਤੁਸੀਂ ਕਹਿੰਦੇ ਹੋ, ਇਸ ਗੱਲ ਨੂੰ ਮੰਨਦੇ ਹੋ ਕਿ ਉਹ ਇੰਨੇ ਸਾਲ ਉਹਦੀ ਨਾਲੀ 'ਚ ਹੀ ਘੁੰਮਦਾ ਰਿਹਾ,
ਤਾਂ ਤੁਸੀਂ ਇਸ ਗੱਲ ਨੂੰ ਮੰਨੋ, ਜਿਹੜੀ ਗੱਲ ਮੈਂ ਕਹਿ ਰਿਹਾ ਸਾਂ ਕਿ ਇਸ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਨੁਕਤੇ ਨੂੰ ਸਮਝੋ, ਇਸ ਪਾਸੇ ਨਾ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿਓ, ਭਟਕਦੇ ਰਹੋ। ਜੋ ਜੀਵਨ ਮਿਲਿਆ, ਇਸ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਨਾਲ ਆਨੰਦ ਲਓ, ਇਸ ਪਾਸੇ ਨਾ ਅਗਰਸਰ ਹੋ। ਜੋ ਉਹਨੇ ਚੀਜ਼ਾਂ ਦਿੱਤੀਆਂ ਨੇ, ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਤੇ ਜ਼ਿੰਦਗੀ ਨੂੰ ਸੁਖਾਲਾ ਬਣਾਓ, ਜ਼ਿੰਦਗੀ ਨੂੰ ਚੈਨ ਵਾਲਾ ਬਣਾਓ। ਸੋ ਇਹ ਨੁਕਤਾ ਗੁਰਦੇਵ ਨੇ ਸਾਹਮਣੇ ਰੱਖਿਆ। ਸੋ ਉਹੀ ਗੱਲ ਗੁਰਦੇਵ ਇੱਥੇ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦੇ ਨੇੜੇ ਹੋ ਜਾਂਦਾ ਹੈ, ਉਹ ਇਸ ਉਚੇਚ 'ਚ ਨਹੀਂ ਪੈਂਦਾ ਕਿ ਇਹ ਕੁਦਰਤ ਕਿੱਡੀ ਵੱਡੀ ਹੈ ਤੇ ਕਿੱਡੀ ਛੋਟੀ ਹੈ। ਬਸ ਉਹ ਇੱਕ ਗੱਲ ਸਮਝ ਆਉਂਦਾ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਪਿਆਰ। ਉਹਨੂੰ ਇਹ ਗੱਲ ਸਮਝ ਆ ਜਾਂਦੀ ਜਿਹੜਾ ਗੁਰੂ ਦੇ ਸ਼ਬਦ ਦੇ ਨੇੜੇ ਹੁੰਦਾ। ਨਹੀਂ ਤੇ ਦੂਜਾ ਬੰਦਾ ਟੱਕਰਾਂ ਹੀ ਮਾਰਦਾ ਰਹਿੰਦਾ, ਉਹੀ ਸੋਚ ਸਾਰੀ ਜ਼ਿੰਦਗੀ ਬਤੀਤ ਕਰ ਲੈਂਦਾ ਕਿ ਇਹ ਦਿਨ ਕਿੱਡਾ ਕੁ ਵੱਡਾ ਹੋਏਗਾ, ਸੂਰਜ ਕਿੱਡਾ ਕੁ ਵੱਡਾ ਹੋਏਗਾ, ਧਰਤੀ ਕਿੱਡੀ। ਗੁਰਦੇਵ ਕਹਿੰਦੇ ਇਸ ਨੁਕਤੇ 'ਚ ਨਾ ਪੈ, ਇਸ ਪਾਸੇ ਨੂੰ ਛੱਡ ਤੇ ਤੂੰ ਕਿਸ ਪਾਸੇ ਹੋ? ਗੁਰੂ ਦੀ ਮੱਤ ਵੱਲ, ਗੁਰੂ ਦੇ ਗਿਆਨ ਵੱਲ। ਸੋ ਮੁੱਖ ਨੁਕਤਾ ਇਹ ਹੈ, ਜਿਹੜੇ ਬੰਦੇ ਇਸ ਕੁਦਰਤ ਦਾ ਅੰਤ ਪਾਉਣ ਲਈ ਤੁਰੇ ਸਨ, ਗੁਰਦੇਵ ਨੇ ਉਹਨਾਂ ਨੂੰ ਆਖਿਆ ਰੁਕ ਜਾਓ, ਇਸ ਬਹਿਸ ਨੂੰ ਬੰਦ ਕਰ ਦਿਓ, ਇਸ ਬਹਿਸ ਨੂੰ ਛੱਡ ਦਿਓ, ਇਹਦੇ ਵਿੱਚੋਂ ਕੁਝ ਨਹੀਂ ਨਿਕਲੇਗਾ। ਇਹ ਸਮਝ ਲਓ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਵਿੱਚ ਲਕੀਰ ਹੈ, ਉਹਦਾ ਜਿਵੇਂ ਥਾਂ ਤੇ ਥੇ ਨਹੀਂ ਹੈ, ਤੁਹਾਡਾ ਕਰਮ ਇਸ ਤਰ੍ਹਾਂ ਦਾ ਹੈ, ਇਹਦਾ ਕੋਈ ਨਿਸ਼ਾਨ ਨਹੀਂ ਰਹੇਗਾ। ਸੋ ਗੁਰਦੇਵ ਤਾਂ ਹੀ ਕਹਿੰਦੇ ਤਿਸ ਦਾ ਅੰਤ ਨਾ ਜਾਪਈ। ਵਾਹਿਗੁਰੂ ਦੀ ਕੁਦਰਤ ਦਾ ਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਜੋ ਆਪਸ ਵਿੱਚ ਦੋ ਨੇ, ਜਿਨ੍ਹਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਇਹ ਗੱਲ ਗੁਰੂ ਸ਼ਬਦ ਦੁਆਰਾ ਸਮਝ ਆਉਂਦੀ ਹੈ। ਮਾਇਆ ਮੋਹ ਗੁਬਾਰ ਹੈ, ਦੂਜੈ ਪਰਮਾਈ। ਇਸ ਕੁਦਰਤ ਦੇ ਵਿੱਚ ਮਾਇਆ ਮੋਹ ਗੁਬਾਰ ਕਹਿੰਦੇ ਨੇ ਜਦੋਂ ਗਹਿਰਾ ਧੂਆਂ ਛਾ ਜਾਂਦਾ ਹੈ, ਜਿਹਨੂੰ ਅਸੀਂ ਧੁੰਦ ਕਹਿੰਦੇ ਹਾਂ, ਤੇ ਉਸ ਵਿੱਚ ਸਾਨੂੰ ਆਲੇ ਦੁਆਲੇ ਸਾਡੇ ਚੌਤਰਫਾ ਦਿਖਾਈ ਨਹੀਂ ਦਿੰਦਾ। ਗੁਰਦੇਵ ਨੇ ਆਖਿਆ ਇਸ ਕੁਦਰਤ ਵਿੱਚ ਵਾਹਿਗੁਰੂ ਨੇ ਮਾਇਆ ਵੀ ਪੈਦਾ ਕੀਤੀ ਹੈ, ਮੋਹ ਵੀ ਪੈਦਾ ਕੀਤਾ। ਮੈਂ ਅੱਗੇ ਪਿੱਛੇ ਸਾਂਝਾ ਕਰ ਰਿਹਾ ਕਿ ਦੋ ਚੀਜ਼ਾਂ ਪੈਰਲਰ ਨੇ, ਜੇ ਅੰਮ੍ਰਿਤ ਹੈ ਤੇ ਜ਼ਹਿਰ ਵੀ ਹੈ, ਜੇ ਦਿਨ ਹੈ ਤੇ ਰਾਤ ਵੀ ਹੈ, ਜੇ ਸੱਚ ਹੈ ਤੇ ਝੂਠ ਵੀ ਹੈ। ਇਹਨੂੰ ਗੁਰਦੇਵ ਨੇ ਆਖਿਆ ਆਪ ਕੀਮਤ ਪਾਈ। ਇਵੇਂ ਇਸ ਕੁਦਰਤ ਵਿੱਚ ਮਾਇਆ ਦਾ ਮੋਹ ਉਹਦਾ ਆਪਣਾ ਪੈਦਾ ਕੀਤਾ ਹੋਇਆ, ਇਹ ਬੰਦੇ ਦਾ ਨਹੀਂ ਹੈ। ਕਈ ਵਾਰੀ ਅਸੀਂ ਇਸ ਨੁਕਤੇ ਨੂੰ ਸਮਝਦੇ ਨਹੀਂ, ਅਸੀਂ ਇਹ ਕਹਿੰਦੇ ਆ ਕਿ ਮਾਇਆ ਬੰਦੇ ਦੀ ਪੈਦਾ ਕੀਤੀ ਹੈ। ਬਾਣੀ ਦੇ ਵਿੱਚ ਹਜ਼ਾਰਾਂ ਪ੍ਰਮਾਣ ਨੇ ਇਸ ਗੱਲ ਦੇ ਕਿ ਮਾਇਆ ਤੇ ਮੋਹ ਉਹਦਾ ਪੈਦਾ ਕੀਤਾ ਹੈ। ਕਈ ਵਾਰੀ ਅਸੀਂ ਇਹ ਕਹਿ ਦਿੰਦੇ ਆ ਕਿ ਕਾਮ ਬੰਦੇ ਦਾ ਪੈਦਾ ਕੀਤਾ ਹੈ, ਕ੍ਰੋਧ ਬੰਦੇ ਦਾ ਪੈਦਾ ਕੀਤਾ ਹੈ। ਨਹੀਂ, ਇਹ ਉਹਦਾ ਪੈਦਾ ਕੀਤਾ ਹੋਇਆ। ਅਸੀਂ ਹੁਣੇ ਬਚਨ ਸਾਂਝਾ ਕੀਤਾ ਸੀਗਾ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਤੱਤੇ ਦਾ ਭਾਵ ਹੈ ਜਿਹੜੇ ਕ੍ਰੋਧੀ ਨੇ, ਜਿਨ੍ਹਾਂ ਦੇ ਅੰਦਰ ਸਹਿਣ ਦੀ ਤਾਕਤ ਨਹੀਂ, ਇਹ ਉਹਦੇ ਪੈਦਾ ਕੀਤੇ ਹੋਏ। ਸੋ ਗੁਰਦੇਵ ਕਹਿੰਦੇ ਵਾਹਿਗੁਰੂ ਨੇ ਇਸ ਕੁਦਰਤ ਦੇ ਵਿੱਚ ਮਾਇਆ ਦਾ ਮੋਹ ਵੀ ਪੈਦਾ ਕੀਤਾ ਹੈ। ਜਿੱਥੇ ਉਹਨੇ ਮਾਇਆ ਦੇ ਮੋਹ ਤੋਂ ਅਲੱਗ ਚੀਜ਼ਾਂ, ਜਿਹਨੂੰ ਨਾਮ ਆਖਿਆ, ਨਾਮ ਪੈਦਾ ਕੀਤਾ ਹੈ, ਨਾਮ ਦੇ ਬਰਾਬਰ ਮਾਇਆ ਦਾ ਮੋਹ ਹੈ। ਫਿਰ ਸਮਝੋ, ਮੈਂ ਦੁਬਾਰਾ ਫਿਰ ਦੁਹਰਾ ਰਿਹਾ, ਦਿਨ ਹੈ ਤੇ ਰਾਤ ਹੈ, ਸੱਚ ਹੈ ਤੇ ਝੂਠ ਹੈ। ਇਵੇਂ ਜੇ ਨਾਮ ਹੈ ਨਾ, ਨਾਮ ਦੇ ਬਰਾਬਰ ਜੇ ਕੋਈ ਚੀਜ਼ ਖੜੀ ਹੈ, ਭਾਵ ਜਿਹੜੀ ਬੰਦੇ ਨੂੰ ਨਾਮ ਤੋਂ ਕਾਟ ਦਿੰਦੀ ਹੈ, ਤੇ ਉਹ ਮਾਇਆ ਦਾ ਮੋਹ ਹੈ, ਜਿਹੜੀ ਨਾਮ ਦੇ ਪੈਰਲਲ ਖੜੀ ਹੈ। ਤਾਂ ਗੁਰਦੇਵ ਕਹਿੰਦੇ ਇਹ ਵੀ ਉਸ ਵਾਹਿਗੁਰੂ ਦੀ ਪੈਦਾ ਕੀਤੀ, ਕਿਸੇ ਦੂਜੇ ਦੀ ਨਹੀਂ। ਮਾਇਆ ਮੋਹ ਗੁਬਾਰ ਹੈ। ਇੱਥੇ ਮਾਇਆ ਦਾ ਮੋਹ ਸਮਝ ਲਓ ਇੱਕ ਗੁਬਾਰ ਹੈ, ਭਾਵ ਇੱਕ ਸੰਘਣਾ ਧੂਆਂ ਹੈ, ਜਿਸ ਧੂਏ ਦੇ ਵਿੱਚ ਜਦੋਂ ਬੰਦਾ ਵੜ ਜਾਏ ਤੇ ਉਹਨੂੰ ਦਿਖਾਈ ਨਹੀਂ ਦਿੰਦਾ ਆਰਲਾ ਪਾਰਲਾ ਪਾਸਾ। ਇਵੇਂ ਮਾਇਆ ਦਾ ਮੋਹ ਇਸ ਤਰ੍ਹਾਂ ਦਾ ਹੈ, ਜਦੋਂ ਬੰਦਾ ਇਹਦੇ 'ਚ ਵੜ ਜਾਂਦਾ ਹੈ ਤਾਂ ਇਹਨੂੰ ਆਰ ਪਾਰ ਦਿਖਾਈ ਨਹੀਂ ਦਿੰਦਾ। ਦੋ ਗੱਲਾਂ ਕਹੀਆਂ। ਗੁਰਦੇਵ ਕਹਿੰਦੇ ਜਦੋਂ ਬੰਦਾ ਨਾਮ 'ਚ ਵੜ ਜਾਂਦਾ ਹੈ ਤਾਂ ਉਹਦੀ ਦ੍ਰਿਸ਼ਟੀ ਦਿਵ ਹੋ ਜਾਂਦੀ ਹੈ, ਉਹਨੂੰ ਉਹ ਵੀ ਚੀਜ਼ਾਂ ਦਿਖਾਈ ਦਿੰਦੀਆਂ ਨੇ ਜਿਹੜੀਆਂ ਕੁਦਰਤ ਵਿੱਚ ਬੜੀਆਂ ਮਹੀਨ ਨੇ।
ਤੇ ਜਦੋਂ ਬੰਦਾ ਮਾਇਆ ਦੇ ਮੋਹ ਵਿੱਚ ਵੜ ਜਾਂਦਾ ਹੈ ਤਾਂ ਬੰਦੇ ਨੂੰ ਆਪਣਾ ਆਪਾ ਵੀ ਦਿਖਾਈ ਨਹੀਂ ਦਿੰਦਾ, ਆਪਣਾ ਆਪ ਵੀ ਇਹ ਚੀਜ਼ ਨਹੀਂ ਸਕਦਾ। ਇਹ ਦੋ ਗੱਲਾਂ ਅਲੱਗ-ਅਲੱਗ ਕਹੀਆਂ ਗੁਰਦੇਵ ਨੇ। ਜੇ ਕੋਈ ਨਾਮ 'ਚ ਵੜਿਆ ਤਾਂ ਨਾਮ ਨੇ ਉਹਨੂੰ ਐਸੀ ਦਿਵ ਦ੍ਰਿਸ਼ਟੀ ਬਖਸ਼ੀ ਜਿਹਦੇ ਬਦਲੇ ਉਹਨੇ ਆਪਣੇ ਆਪ ਨੂੰ ਤੇ ਚੀਨਿਆ, ਉਹਨੂੰ ਇਸ ਕੁਦਰਤ ਵਿੱਚ ਹੋਰ ਬਹੁਤ ਕੁਝ ਨਜ਼ਰ ਆਇਆ। ਕੀ ਨਜ਼ਰ ਆਇਆ? ਮੈਂ ਉਹਦੇ ਬਾਰੇ ਇੱਕ ਉਦਾਹਰਨ ਬਾਣੀ 'ਚੋਂ ਦਵਾਂਗਾ। ਇੱਕ ਬਚਨ ਆਉਂਦਾ ਹੈ ਬਾਬਾ ਜੀ ਦਾ, ਉਹ ਕਹਿਣ ਲੱਗੇ ਜਿਹੜੇ ਇਹ ਮ੍ਰਿਗ ਪੰਖੀ ਇਹ ਸਾਰਾ ਕੁਝ ਬੋਲ ਰਹੇ ਨੇ, ਕੀ ਬੋਲ ਰਹੇ ਨੇ? ਸਾਨੂੰ ਤੇ ਲੱਗਦਾ ਹੈ ਜਿਹੜੀ ਚਿੜੀ ਆ ਉਹ ਚਿੜ-ਚਿੜ ਕਰ ਰਹੀ ਹੈ, ਸਾਨੂੰ ਇਉਂ ਮਹਿਸੂਸ ਹੁੰਦਾ ਹੈ। ਪਰ ਗੁਰਦੇਵ ਗੁਰੂ ਨਾਨਕ ਸਾਹਿਬ ਦੀ ਨਿਗਾਹ ਤੋਂ ਵੇਖੋ, ਜੇ ਤੁਸੀਂ ਉਹਨਾਂ ਦੀ ਨਿਗਾਹ ਤੋਂ ਵੇਖੋਗੇ ਉਹ ਤੇ ਇਉਂ ਵੀ ਕਹਿੰਦੇ ਨੇ ਹਰਟ ਤੇ ਲੱਗਾ ਹੋਇਆ ਕੁੱਤਾ ਸਾਨੂੰ ਲੱਗਦਾ ਹੈ ਕਿਟ-ਕਿਟ ਕਰ ਰਿਹਾ ਹੈ, ਪਰ ਗੁਰਦੇਵ ਕਹਿੰਦੇ ਮੈਨੂੰ ਤੇ ਇਉਂ ਮਹਿਸੂਸ ਹੁੰਦਾ ਹਰਟ ਪੀ ਤੂੰ ਕਰੇ। ਫਰਕ ਕਾਹਦਾ ਹੈ? ਫਰਕ ਤੇ ਅੰਦਰ ਦੀ ਉਸ ਲਿਵਦਾ ਹੈ ਨਾ। ਕਿਸੇ ਨੂੰ ਉਹ ਕੱਟ ਸੁਣ ਰਿਹਾ ਹੈ, ਪਰ ਜਿਹਦੇ ਅੰਦਰ ਨਾਮ ਵੜਿਆ ਹੋਇਆ ਹੈ, ਜਿਹੜਾ ਨਾਮ 'ਚ ਵਸਿਆ ਹੋਇਆ ਹੈ, ਗੁਰਦੇਵ ਕਹਿੰਦੇ ਕਿਟ ਨਹੀਂ ਕਰ ਰਿਹਾ, ਮੈਨੂੰ ਤੇ ਉਹ ਮਹਿਸੂਸ ਹੁੰਦਾ ਜਿਵੇਂ ਤੂੰ ਕਰ ਰਿਹਾ। ਬਾਬਾ ਫਰੀਦ ਸਾਹਿਬ ਆਪਣੀ ਬਾਣੀ 'ਚ ਇਹ ਲਿਖਦੇ ਨੇ, ਕਹਿੰਦੇ ਨੇ ਲੋਕ ਸਮਝਦੇ ਨੇ ਕਿ ਇਹ ਜੰਗਲ ਦੇ ਜਾਨਵਰ ਜਿਹੜੇ ਨੇ ਇਹ ਚਿੜ ਤੇ ਰੋਲਾ ਪਾ ਰਹੇ ਨੇ, ਪਰ ਉਹ ਕਹਿੰਦੇ ਨੇ ਫਰੀਦਾ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਸੋ ਇੱਕ ਅਲੱਗ ਅਹਿਸਾਸ ਜਿਹੜਾ ਸਤਿਗੁਰ ਨੇ ਪਵਿੱਤਰ ਬਾਣੀ 'ਚ ਦਿੱਤਾ ਹੈ, ਜਿਹਨੂੰ ਅਸੀਂ ਇਤਿਹਾਸ ਵਿੱਚੋਂ ਵੀ ਸਮਝ ਸਕਦੇ। ਇਤਿਹਾਸ ਦੀਆਂ ਕੁਝ ਘਟਨਾਵਾਂ ਐਸੀਆਂ ਨੇ ਜਿੱਥੇ ਗੁਰੂ ਮਹਾਰਾਜ ਤੇ ਬੰਦੇ ਚੜ੍ਹ ਕੇ ਆਏ, ਉਹਨਾਂ ਨੇ ਕੁਝੀਆਂ ਹਰਕਤਾਂ ਵੀ ਕੀਤੀਆਂ, ਪਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਿਹਦੇ 'ਚੋਂ ਅਸੀਂ 9ਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਘਟਨਾ ਪੜ੍ਹਦੇ ਹਾਂ, ਜਦੋਂ ਸ਼ੀਹੇ ਮਸੰਦ ਨੇ ਉਹਨਾਂ ਤੇ ਗੋਲੀ ਚਲਵਾਈ ਅਤੇ ਗੁਰੂ ਘਰ ਦੇ ਦੋਖੀਆਂ ਵੱਲੋਂ ਗੱਦੀ ਲੈਣ ਦੇ ਲਈ ਉਹਨਾਂ ਤੇ ਹਮਲਾ ਕੀਤਾ ਗਿਆ। ਗੁਰੂ ਮਹਾਰਾਜ ਨੇ ਉਸ ਵਕਤ ਇਸ ਗੱਲ ਨੂੰ ਬੜੇ ਜਜ਼ਬ ਤਰੀਕੇ ਦੇ ਨਾਲ ਸਹਿਨ ਕੀਤਾ ਤੇ ਨਜ਼ਰਅੰਦਾਜ਼ ਕਰ ਦਿੱਤਾ। ਖੈਰ, ਮੈਂ ਆਪਣੇ ਵਿਸ਼ੇ ਵੱਲ ਵਾਪਸ ਪਰਤਾਂ। ਅਸੀਂ ਗੱਲ ਕਰ ਰਹੇ ਸਾਂ ਮਾਇਆ ਮੋਹ ਗੁਬਾਰ ਹੈ। ਮਾਇਆ ਦਾ ਮੋਹ ਇਸ ਕੁਦਰਤ ਵਿੱਚ ਹੀ ਹੈ। ਜਦੋਂ ਅਸੀਂ ਉਹਦੇ ਵਿੱਚ ਵੜ ਜਾਂਦੇ ਹਾਂ ਤੇ ਅਸੀਂ ਸਮਝ ਲਓ ਉਸ ਤਰ੍ਹਾਂ ਦੇ ਹੋ ਜਾਂਦੇ ਹਾਂ ਜਿਵੇਂ ਅਸੀਂ ਧੂਏਂ ਦੇ ਗੁਬਾਰ 'ਚ ਵੜ ਜਾਈਏ। ਧੂਏਂ ਦੇ ਗੁਬਾਰ 'ਚ ਵੜ ਕੇ ਜਿਵੇਂ ਅਲੱਗ-ਅਲੱਗ ਦਿਖਾਈ ਨਹੀਂ ਦਿੰਦਾ, ਇਵੇਂ ਮਾਇਆ ਦੇ ਮੋਹ 'ਚ ਵੜ ਕੇ ਵੀ ਬੰਦੇ ਨੂੰ ਕੁਝ ਦਿਖਾਈ ਨਹੀਂ ਦਿੰਦਾ, ਆਪਣਾ ਆਪਾ ਵੀ ਦਿਖਾਈ ਨਹੀਂ ਦਿੰਦਾ। ਗੁਰਦੇਵ ਕਹਿੰਦੇ ਦੂਜੇ ਭਰਮਾਈ, ਤੇ ਅਸੀਂ ਦੂਜੇ 'ਚ ਭਰਮਾ ਜਾਂਦੇ ਹਾਂ। ਭਾਵ ਸਾਡੀ ਲਗਨ, ਸਾਡੇ ਅੰਦਰ ਦੀ ਫਿਤਰਤ ਜਿਹੜੀ ਆ ਉਹ ਬਦਲ ਜਾਂਦੀ ਹੈ। ਗੁਰਦੇਵ ਕਹਿੰਦੇ ਮਨ ਮੁਖ ਠੌਰ ਨਾ ਪਾਇਨੀ, ਤੇ ਮਾਇਆ ਦੇ ਮੋਹ ਵਿੱਚ ਭਰਮਿਆ ਹੋਇਆ ਮਨਮੁਖਾਂ ਨੂੰ ਟਿਕਾਣਾ ਨਹੀਂ ਲੱਭਦਾ। ਠੌਰ ਦਾ ਮਤਲਬ ਹੈ ਉਹ ਟਿਕਦੇ ਨਹੀਂਗੇ ਇੱਕ ਥਾਂ ਤੇ, ਜੀਵਨ 'ਚ ਉਹਨਾਂ ਦੇ ਟਿਕਾ ਨਹੀਂ ਆ, ਉਹ ਭਟਕਦੇ ਰਹਿੰਦੇ ਨੇ, ਕਦੀ ਇੱਧਰ ਤੇ ਕਦੀ ਉੱਧਰ। ਮਾਇਆ ਮਨਮੁਖ ਠੌਰ ਨਾ ਪਾਇਨੀ, ਫਿਰ ਆਵੇ ਜਾਈ, ਉਹ ਕਦੀ ਕਿਤੇ ਆਉਂਦਾ ਹੈ ਕਦੀ ਕਿਤੇ ਆਉਂਦਾ ਹੈ। ਜੋ ਤਿਸ ਭਾਵੈ ਸੋ ਥੀਐ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਵੀ ਉਹਦੇ ਹੁਕਮ 'ਚ ਹੀ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ। ਜੋ ਤਿਸ ਭਾਵੈ ਸੋ ਥੀਐ, ਜੋ ਉਹਦੇ ਹੁਕਮ 'ਚ ਹੈ ਉਹੀ ਹੋ ਰਿਹਾ। ਜੇ ਕੋਈ ਮਾਇਆ ਦੇ ਗੁਬਾਰ ਵਿੱਚ ਵੜ ਗਿਆ ਤੇ ਇਹ ਵੀ ਉਹਦੇ ਹੁਕਮ 'ਚ ਹੈ, ਤੇ ਜੇ ਕੋਈ ਮਾਇਆ ਦੇ ਗੁਬਾਰ ਨੂੰ ਤੋੜ ਕੇ ਨਾਮ ਵਿੱਚ ਵੜ ਗਿਆ ਤੇ ਇਹ ਵੀ ਉਹਦੇ ਹੁਕਮ 'ਚ ਹੀ ਹੈ। ਭਾਵ ਜਿਹਨੂੰ ਅਸੀਂ ਇਉਂ ਸਮਝਿਆ ਸੀਗਾ ਕਿ ਇਸ ਕੁਦਰਤ ਵਿੱਚ ਕੀਮਤ ਹੈ, ਦੋ ਚੀਜ਼ਾਂ ਨੇ, ਜੇ ਦਿਨ ਹੈ ਤੇ ਰਾਤ ਹੈ। ਕਹਿਣ ਲੱਗੇ ਉਹਦੇ ਹੁਕਮ 'ਚ ਹੀ ਹੋ ਰਿਹਾ ਸਾਰਾ ਕੁਝ। ਇੱਥੇ ਸਾਰੀਆਂ ਚੀਜ਼ਾਂ ਇੱਕ ਪਾਸੇ ਨਹੀਂ ਖੜ ਸਕਦੀਆਂ ਕਿ ਆਪਾਂ ਕਹੀਏ ਸਾਰੇ ਨਾਮ ਵਾਲੇ ਹੋ ਜਾਣ, ਆਪਾਂ ਕਹੀਏ ਸਾਰਾ ਅੰਮ੍ਰਿਤ ਹੋ ਜਾਏ, ਜ਼ਹਿਰ ਰਹੇ, ਐਸਾ ਨਹੀਂ। ਗੁਰਦੇਵ ਕਹਿੰਦੇ ਨਾ ਦੋ ਪੁੜਾਂ ਦੇ ਵਿੱਚ ਹੀ ਇਹ ਕੁਦਰਤ ਚੱਲਣੀ ਹੈ। ਇੱਥੇ ਅੰਮ੍ਰਿਤ ਵੀ ਰਹੇਗਾ ਤੇ ਇੱਥੇ ਜ਼ਹਿਰ ਵੀ ਰਹੇਗਾ। ਇੱਥੇ ਨਾਮ ਨੂੰ ਮੰਨਣ ਵਾਲੇ ਵੀ ਰਹਿਣਗੇ ਤੇ ਨਾਮ ਤੋਂ ਵਾਂਝੇ ਮਾਇਆ ਦੇ ਗੁਬਾਰ ਵਾਲੇ ਵੀ ਰਹਿਣਗੇ। ਦੋਵਾਂ ਦੀ ਇੱਕ ਅਲੱਗ-ਅਲੱਗ ਗਿਣਤੀ ਜਾਂ ਦੋਵਾਂ ਦਾ ਇੱਕ ਅਲੱਗ-ਅਲੱਗ ਵਹਿਣ ਕੁਦਰਤ ਚੱਲਦਾ ਰਹੇਗਾ। ਇਹਦੇ ਹੁਕਮ 'ਚ ਹੀ ਹੈ। ਜੋ ਤਿਸ ਭਾਵੈ ਸੋ ਥੀਐ, ਸਭ ਚੱਲੈ ਰਜ਼ਾਈ। ਲਫ਼ਜ਼ ਵਰਤਿਆ ਉਹਨਾਂ ਨੇ, ਸਭ ਚੱਲੈ ਰਜ਼ਾਈ। ਇਹ ਉਹਦੀ ਰਜ਼ਾ 'ਚ ਹੀ ਹੈ। ਸ਼ਾਇਦ ਇਸੇ ਕਰਕੇ ਹੀ ਜਦੋਂ ਗੁਰੂ ਪੁੱਤਰ ਗੁਰੂ ਸਾਹਿਬ ਦਾ ਵਿਰੋਧ ਕਰਦੇ ਨੇ ਤਾਂ ਸਿੱਖ ਉਹਨਾਂ ਨੂੰ ਇਹ ਨਹੀਂ ਕਹਿੰਦੇ ਗੁਰੂ ਮਹਾਰਾਜ ਤੁਸੀਂ ਇੰਨੇ ਬੰਦਿਆਂ ਨੂੰ ਨਾਮ ਦੀ ਦਾਤ ਦਿੱਤੀ ਤੇ ਤੁਹਾਡੇ ਪੁੱਤ ਜਿਹੜੇ ਉਹਨੂੰ ਤੁਹਾਡਾ ਵਿਰੋਧ ਕਰ ਰਹੇ ਹਨ।
क्योंकि वो सिख इस गल नूं समझ गए सन कि ਇਹਦੇ ਚ ਗੁਰੂ ਦਾ ਦੋਸ਼ ਨਹੀਂ, ਇਹਦੇ ਚ ਗੁਰੂ ਦਾ ਕਸੂਰ ਨਹੀਂ ਹੈ। ਇੱਥੇ ਦੋ ਚੀਜ਼ਾਂ ਪੈਰਲਲ ਚੱਲਣੀਆਂ ਨੇ। ਇੱਥੇ ਹਰਨਾਕਸ਼ ਵੀ ਉਸੇ ਘਰ 'ਚ ਹੈ ਤੇ ਇੱਥੇ ਪ੍ਰਲਾਦ ਵੀ ਉਸੇ ਘਰ 'ਚ ਹੈ। ਇੱਥੇ ਉੱਥੇ ਹੀ ਅੰਮ੍ਰਿਤ ਹੈ ਤੇ ਉੱਥੇ ਹੀ ਜ਼ਹਿਰ ਹੈ। ਚੰਦਨ ਦਾ ਰੁੱਖ ਵੀ ਉੱਥੇ ਹੈ ਤੇ ਉਹਨੂੰ ਲਿਪਟੇ ਹੋਏ ਜ਼ਹਿਰੀਲੇ ਸੱਪ ਵੀ ਉੱਥੇ ਹੀ ਨੇ। ਇਸ ਨੁਕਤੇ ਨੂੰ ਜਦੋਂ ਸਿੱਖ ਸਮਝ ਗਏ, ਇਤਿਹਾਸ 'ਚ ਪੜ੍ਹ ਕੇ ਵੇਖੋ, ਕਿਸੇ ਸਿੱਖ ਨੇ ਗੁਰੂ ਮਹਾਰਾਜ ਨੂੰ ਨਹੀਂ ਆਖਿਆ ਮਹਾਰਾਜ ਤੁਸੀਂ ਭਾਈ ਲਹਿਣੇ ਨੂੰ ਤਾਂ ਗੁਰੂ ਅੰਗਦ ਬਣਾ ਦਿੱਤਾ, ਪਰ ਸ਼੍ਰੀ ਚੰਦ ਜਿਹਦੇ ਬਾਰੇ ਤੁਸੀਂ ਖੁਦ ਤੁਹਾਡੀ ਬਾਣੀ 'ਚ ਇਹ ਗੱਲ ਲਿਖੀ ਗਈ ਕਿ ਪੀਰੋਂ ਕੰਨ ਮੁਰੱਟੀ ਹੈ, ਬਨ ਭਾਰ ਉਚਾਇਨ ਛੱਟੀ ਹੈ, ਮਨ ਖੋਟੇ ਆਕੀ ਫਿਰਨ ਐਸਾ ਕਿਉਂ। ਕਿਉਂਕਿ ਉਹ ਇਸ ਗੱਲ ਨੂੰ ਸਮਝ ਗਏ ਸਨ ਜਿਹੜਾ ਆ ਨੁਕਤਾ ਇੱਥੇ ਹੈ ਕਿ ਜੋ ਤਿਸ ਭਾਵੈ ਸੋ ਥੀਐ, ਸਭ ਚੱਲੇ ਰਜਾਈ। ਜੇ ਕੋਈ ਮਾਇਆ ਦੇ ਗੁਬਾਰ 'ਚ ਹੈ ਇਹ ਵੀ ਉਹਦੀ ਰਜਾ 'ਚ ਹੈ, ਤੇ ਜੇ ਕੋਈ ਨਾਮ ਦੇ ਵਿੱਚ ਹੈ ਇਹ ਵੀ ਉਹਦੀ ਰਜਾ 'ਚ ਹੈ। ਇਹ ਦੋ ਚੀਜ਼ਾਂ ਬਰਾਬਰ ਚੱਲਦੀਆਂ ਨੇ। ਤਾਂ ਹੀ ਕਿਸੇ ਸਿੱਖ ਨੇ ਗੁਰੂ ਮਹਾਰਾਜ ਨੂੰ ਇਸ ਗੱਲ ਦਾ ਉਲਾਮਾ ਨਹੀਂ ਦਿੱਤਾ, ਸਗੋਂ ਉਹ ਵੱਡੀ ਗਿਣਤੀ ਦੇ ਵਿੱਚ ਗੁਰੂ ਮਹਾਰਾਜ ਦੇ ਨਾਲ ਜੁੜਦੇ ਰਹੇ, ਨਾਲ ਆਉਂਦੇ ਰਹੇ। ਨਹੀਂ ਤੇ ਇੱਕ ਬੜਾ ਵੱਡਾ ਸਵਾਲ ਸੀਗਾ ਜਿਹੜਾ ਜੁੜਨ ਵਾਲੇ ਲੋਕਾਂ 'ਚ ਪੈਦਾ ਹੋ ਸਕਦਾ ਸੀਗਾ ਕਿ ਵੇਖੋ ਜਿਸ ਗੁਰੂ ਦੇ ਆਪਣੇ ਪੁੱਤਰ ਐਸੇ ਨੇ ਤੁਹਾਨੂੰ ਕੀ ਦੇਗਾ। ਇਹ ਸਵਾਲ ਖੜਾ ਹੋ ਸਕਦਾ ਸੀ। ਪਰ ਆਉਣ ਵਾਲੇ ਸਮੇਂ 'ਚ ਜੇ ਸ਼ੁਰੂਆਤ 'ਚ ਮੁਸ਼ਕਲਾਂ ਆਈਆਂ, ਪਹਿਲੀ ਪੀੜ੍ਹੀ 'ਚ, ਦੂਜੀ ਪੀੜ੍ਹੀ 'ਚ, ਤੀਜੀ ਪੀੜ੍ਹੀ 'ਚ, ਚੌਥੀ ਪੀੜ੍ਹੀ 'ਚ, 4 ਪੀੜ੍ਹੀਆਂ ਤੱਕ ਇਹ ਦਿੱਕਤਾਂ ਆਈਆਂ। ਪੰਜਵੀਂ ਪੀੜ੍ਹੀ ਤੋਂ ਜਦੋਂ ਅਸੀਂ ਦੇਖਦੇ ਹਾਂ, ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇਖਦੇ ਹਾਂ, ਦਿੱਕਤ ਜਿਹੜੀ ਆ ਉਹ ਹੱਲ ਹੁੰਦੀ ਗਈ। ਭਾਵ ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਆਉਂਦੇ ਨੇ ਜਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦਾ ਹੈ, ਇਤਿਹਾਸ ਬਿਲਕੁਲ ਬਦਲ ਜਾਂਦਾ ਹੈ। ਉੱਥੇ ਉਹਨਾਂ ਬੱਚਿਆਂ ਦੇ ਲਈ ਨਾਮ ਸਾਹਿਬਜ਼ਾਦੇ ਆ ਜਾਂਦਾ ਹੈ ਤੇ ਉਹ ਕਰਨੀ ਕਰ ਜਾਂਦੇ ਨੇ ਜਿਹੜੀ ਸ਼੍ਰੀ ਚੰਦ, ਲਖਮੀ ਦਾਸ, ਦਾਤੂ, ਦਾਸੂ ਇਹਨਾਂ ਸਾਰਿਆਂ ਤੋਂ ਬਿਲਕੁਲ ਉਲਟ ਹੈ। ਇਹ ਦੋ ਵਹਿਣ ਨੇ ਜਿਹੜੇ ਸਾਡੇ ਇਤਿਹਾਸ ਵਿੱਚ ਵਹਿ ਰਹੇ ਨੇ। ਇੱਥੇ ਗੁਰੂ ਮਹਾਰਾਜ ਦੇ ਨਾਲ ਨਿਭਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਅੰਤਲੇ ਸਵਾਸਾਂ ਤੱਕ ਨਿਭਾ ਗਏ। ਤੇ ਇੱਥੇ ਅਸੀਂ ਉਹਨਾਂ ਬੰਦਿਆਂ ਦਾ ਵੀ ਜ਼ਿਕਰ ਪੜ੍ਹਦੇ ਹਾਂ ਜਿਹੜੇ ਗੁਰੂ ਮਹਾਰਾਜ ਨੂੰ ਪਲਾਂ ਦੇ ਵਿੱਚ ਛੱਡ ਕੇ ਵੀ ਚਲੇ ਗਏ। ਸੋ ਖੈਰ ਇਸ ਨੁਕਤੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਇਸ ਕਰਕੇ ਗੱਲ ਕਹਿ ਰਿਹਾ, ਅੱਜ ਸਾਡੇ ਪਰਿਵਾਰਾਂ 'ਚ ਐਸਾ ਹੁੰਦਾ ਹੈ, ਕਈ ਵਾਰੀ ਹੋ ਸਕਦਾ ਸਾਰਾ ਪਰਿਵਾਰ ਭਜਨੀਕ ਹੋਏ, ਚੰਗਾ ਹੋਵੇ, ਪਰ ਉਹਦੇ 'ਚ ਕੋਈ ਇੱਕ ਅੱਧਾ ਸੱਜਣ ਪੈਦਾ ਹੋ ਜਾਏ ਤੇ ਅਸੀਂ ਸੋਚਦੇ ਹਾਂ ਪਤਾ ਨਹੀਂ ਕਿੱਥੋਂ ਪੈਦਾ ਹੋ ਗਿਆ। ਇਹ ਉਹਦੀ ਰਜਾ ਹੈ, ਇਹ ਉਹਦਾ ਹੁਕਮ ਹੈ। ਤੁਸੀਂ ਕਰਿੱਜੀ ਜਾਓ, ਤੁਸੀਂ ਪਛਤਾਈ ਜਾਓ, ਜਿੰਨਾ ਪਛਤਾਉਣਾ ਪਛਤਾਈ ਜਾਓ, ਇਹਦਾ ਤੁਹਾਡੇ ਕੋਲ ਹੱਲ ਨਹੀਂ। ਤੁਸੀਂ ਧੱਕੇ ਨਾਲ ਉਹਨੂੰ ਬਦਲ ਨਹੀਂ ਸਕਦੇ। ਜੇ ਧੱਕੇ ਨਾਲ ਇਹ ਚੀਜ਼ਾਂ ਬਦਲਦੀਆਂ ਹੁੰਦੀਆਂ ਤੇ ਸ਼ਾਇਦ ਗੁਰੂ ਮਹਾਰਾਜ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਬਦਲਦੇ। ਐਸਾ ਨਹੀਂ ਹੈ, ਇਹ ਕੁਦਰਤ ਦਾ ਵਹਿਣ ਹੈ। ਇੱਥੇ ਅੰਮ੍ਰਿਤ ਵੀ ਰਹਿਣਾ ਹੈ, ਇੱਥੇ ਜ਼ਹਿਰ ਵੀ ਰਹਿਣਾ ਹੈ। ਇਸੇ ਨੂੰ ਗੁਰਦੇਵ ਕਹਿੰਦੇ ਨੇ ਜੋ ਤਿਸ ਭਾਵੈ ਸੋ ਥੀਐ, ਸਭ ਚੱਲੈ ਰਜ਼ਾਈ। ਇਹ ਉਹਦੀ ਰਜਾ 'ਚ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ।